ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਸਾਰੇ ਵੀਰ ਭੈਣਾਂ ਨੂੰ ਸਵਾਗਤ ਹੈ ਜੀ ਤੁਹਾਡਾ ਆਨਲਾਈਨ ਗੁਰਮਤਿ ਕਲਾਸ ਵਿੱਚ। ਜਿਵੇਂ ਕਿ ਆਪ ਸਾਰਿਆਂ ਨੂੰ ਪਤਾ ਹੈ, ਕੁਝ ਦਿਨ ਤੋਂ ਅਸੀਂ ਬਿਹਾਗੜੇ ਕੀ ਵਾਰ ਦੀ ਵਿਚਾਰ ਸਾਂਝੀ ਕਰ ਰਹੇ ਹਾਂ। ਕੱਲ ਤੱਕ ਅਸੀਂ 11 ਪੌੜੀਆਂ ਦੀ ਵਿਚਾਰ ਸਾਂਝੀ ਕਰ ਚੁੱਕੇ ਹਾਂ। ਅੱਜ 12ਵੀਂ ਪੌੜੀ ਦੀ ਵਿਚਾਰ ਆਰੰਭ ਕਰਾਂਗੇ। ਇਸ ਪੌੜੀ ਦੇ ਨਾਲ ਪਹਿਲਾ ਸ਼ਲੋਕ ਸਾਹਿਬ ਸ੍ਰੀ ਗੁਰੂ ਨਾਨਕ ਪਾਤਸ਼ਾਹ ਜੀ ਦਾ ਉਚਾਰਨ ਕੀਤਾ ਹੋਇਆ ਹੈ। ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਅੰਗ 553 ਤੇ ਅੰਕਿਤ ਹੈ। ਸ਼ਲੋਕ ਮਰਦਾਨਾ। ਕਲ ਕਲਵਾਲੀ ਕਾਮ ਮਦ ਮਨੁਆ ਪੀਵਨ ਹਾਰ, ਕ੍ਰੋਧ ਕਟੋਰੀ ਮੋਹ ਭਰੀ ਪੀ ਲਾਵਾ ਅਹੰਕਾਰ। ਹੁਣ ਇੱਥੇ ਤੁਸੀਂ ਵੇਖ ਰਹੇ ਹੋ ਕਿ ਸ਼ਲੋਕ ਮਰਦਾਨਾ ਔਰ ਅੱਗੇ ਇੱਕ ਅੰਕ ਲਿਖਿਆ ਹੋਇਆ ਹੈ। ਆਮ ਤਾਂ ਅਸੀਂ ਪੜ੍ਹਦੇ ਹਾਂ ਸ਼ਲੋਕ ਮਹਿਲਾ ਪਹਿਲਾ, ਪਰ ਇੱਥੇ ਸ਼ਲੋਕ ਮਰਦਾਨਾ ਲਿਖਿਆ ਹੈ। ਇਹ ਜੋ ਮਰਦਾਨਾ ਸ਼ਬਦ ਹੈ, ਇਹਦੇ ਬਾਰੇ ਵਿਦਵਾਨਾਂ ਦੇ ਵਿੱਚ ਮਤਭੇਦ ਨੇ। ਕੁਝ ਵਿਦਵਾਨਾਂ ਦਾ ਇਹ ਮੰਨਣਾ ਹੈ, ਜਿਵੇਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵਿਦਵਾਨਾਂ ਨੇ ਜੋ ਇੱਥੇ ਟੂਕ ਦਿੱਤੀ ਹੈ, ਉਹ ਕਹਿੰਦੇ ਨੇ ਕਿ ਗੁਰੂ ਨਾਨਕ ਦੇਵ ਜੀ ਭਾਈ ਮਰਦਾਨੇ ਵੱਲੋਂ ਹੋ ਕੇ ਲਿਖਦੇ ਹਨ, ਉਹਨਾਂ ਨੇ ਇਹ ਲਿਖਿਆ। ਕੁਝ ਵਿਦਵਾਨਾਂ ਦਾ ਮੰਨਣਾ ਹੈ ਕਿ ਇਹ ਸ਼ਲੋਕ ਮਰਦਾਨਾ ਜੀ ਦਾ ਉਚਾਰਨ ਕੀਤਾ ਹੋਇਆ ਹੈ। ਕੁਝ ਵਿਦਵਾਨਾਂ ਦਾ ਮੰਨਣਾ ਇਹ ਹੈ ਕਿ ਗੁਰੂ ਨਾਨਕ ਪਾਤਸ਼ਾਹ ਜੀ ਨੇ ਮਰਦਾਨਾ ਜੀ ਨੂੰ ਮੁਖਾਤਿਬ ਹੋ ਕੇ ਇਹ ਸ਼ਲੋਕ ਲਿਖਿਆ ਹੈ। ਔਰ ਕੁਝ ਵਿਦਵਾਨਾਂ ਦਾ ਮਤ ਹੈ ਕਿ ਹੋ ਸਕਦਾ ਹੈ ਇਹ ਮਰਦਾਨਾ ਸਿਰਲੇਖ ਹੋਵੇ, ਜਿਵੇਂ ਸੁਚੱਜੀ, ਕੁਚੱਜੀ, ਗੁਣਵੰਤੀ ਉਹ ਸਿਰਲੇਖ ਨੇ, ਉਵੇਂ ਇਹਨਾਂ ਸ਼ਲੋਕਾਂ ਦਾ ਸਿਰਲੇਖ ਮਰਦਾਨਾ ਹੋਵੇ। ਜਿਵੇਂ ਪਾਵਨ ਬਾਣੀ ਵਿੱਚ ਬਚਨ ਵੀ ਆਉਂਦਾ ਹੈ, ਸੋਈ ਮਰਦ ਮਰਦ ਮਰਦਾਨਾ, ਯਾਨੀ ਜੋ ਮਰਦਾਨਾ ਹੈ ਉਸ ਇਨਸਾਨ ਦੀਆਂ ਕੀ ਕੁਆਲਿਟੀਜ਼ ਨੇ, ਕੀ ਉਹਦੇ ਗੁਣ ਨੇ, ਉਹ ਇੱਥੇ ਦੱਸੇ ਗਏ ਨੇ। ਤਾਂ ਇਸ ਸ਼ਲੋਕ ਬਾਰੇ, ਮਰਦਾਨਾ ਸ਼ਬਦ ਬਾਰੇ ਵਿਦਵਾਨਾਂ ਦੇ ਅੰਦਰ ਮਤਭੇਦ ਨੇ। ਹਾਂ, ਇਹ ਕਿਹਾ ਜਾ ਸਕਦਾ ਹੈ ਕਿ ਇਹ ਸ਼ਲੋਕ ਭਾਈ ਮਰਦਾਨਾ ਜੀ ਦਾ ਉਚਾਰਨ ਕੀਤਾ ਹੋਇਆ ਨਹੀਂ ਹੋ ਸਕਦਾ। ਉਹਦਾ ਰੀਜ਼ਨ ਹੈ ਕਿ ਸ਼ਲੋਕ ਦੇ ਅੰਦਰ ਨਾਨਕ ਸ਼ਬਦ ਵਰਤਿਆ ਗਿਆ ਹੈ ਤੇ ਭਾਈ ਮਰਦਾਨਾ ਜੀ ਨਾਨਕ ਸ਼ਬਦ ਨਹੀਂ ਵਰਤ ਸਕਦੇ। ਨਾਨਕ ਸ਼ਬਦ ਸਿਰਫ ਉਹ ਗੁਰ ਵਿਅਕਤੀ ਹੀ ਵਰਤ ਸਕਦੇ ਨੇ ਜਿਨ੍ਹਾਂ ਨੂੰ ਗੁਰਿਆਈ ਗੱਦੀ ਬਖਸ਼ਿਸ਼ ਕੀਤੀ ਗਈ ਹੈ, ਜਿਵੇਂ 10 ਗੁਰੂ ਸਾਹਿਬਾਨ ਨੇ। ਨਾਨਕ ਸ਼ਬਦ ਕੇਵਲ ਉਹੀ ਵਰਤ ਸਕਦੇ ਨੇ। ਤਾਂ ਇੱਥੇ ਮਰਦਾਨਾ ਬਾਰੇ ਵਿਦਵਾਨਾਂ ਦੇ ਵਿੱਚ ਮਤਭੇਦ ਹੈ। ਇਸ ਲਈ ਕਿਹਾ ਜਾ ਸਕਦਾ ਹੈ ਕਿ ਹੋ ਸਕਦਾ ਹੈ ਵਿਦਵਾਨ ਇਸ ਪਾਸੇ ਖੋਜ ਕਰਨ ਤੇ ਇਸ ਦਾ ਸਿੱਟਾ ਕੁਛ ਨਿਕਲ ਸਕੇ, ਕਿਉਂਕਿ ਸਾਰੇ ਹੀ ਵਿਦਵਾਨਾਂ ਵਿੱਚ ਮਤਭੇਦ ਹੈ। ਇਸ ਲਈ ਕੋਈ ਵੱਖਰੀ ਗੱਲ ਨਹੀਂ ਕਹੀ ਜਾ ਸਕਦੀ, ਲੇਕਿਨ ਸੰਭਾਵਨਾ ਜ਼ਿਆਦਾ ਇਹ ਹੈ ਕਿ ਮਰਦਾਨਾ ਸਿਰਲੇਖ ਹੋਵੇ। ਜਿਵੇਂ ਸੁਚੱਜੀ, ਗੁਣਵੰਤੀ ਜਾਂ ਕੁਚੱਜੀ ਉਹਨਾਂ ਪਾਵਨ ਬਾਣੀਆਂ ਦੇ ਸਿਰਲੇਖ ਨੇ, ਜਿਵੇਂ ਸੋਦਰ ਹੈ ਜਾਂ ਸੋਪੁਰਖ ਸਿਰਲੇਖ ਹੈ, ਸੁਖਮਨੀ ਸਿਰਲੇਖ ਹੈ, ਉਵੇਂ ਮਰਦਾਨਾ ਵੀ ਸਿਰਲੇਖ ਹੋ ਸਕਦਾ ਹੈ। ਪਰ ਵਿਦਵਾਨਾਂ ਦੇ ਵਿੱਚ ਮਤਭੇਦ ਹੈ, ਕੋਈ ਪੱਕੇ ਤੌਰ ਤੇ ਇਹ ਗੱਲ ਨਹੀਂ ਕਹੀ ਜਾ ਸਕਦੀ। ਪਰ ਮੇਰੀ ਆਪਣੀ ਜੋ ਵਿਚਾਰ ਹੈ ਉਹ ਇਹ ਹੈ ਕਿ ਮਰਦਾਨਾ ਸਿਰਲੇਖ ਹੋ ਸਕਦਾ ਹੈ। ਕਿ ਮਰਦਾਨਾ ਜੋ ਇਨਸਾਨ ਹੈ ਉਹਦੇ ਵਿੱਚ ਕੀ ਕੀ ਗੁਣ ਨੇ, ਗੁਰਦੇਵ ਪਾਤਸ਼ਾਹ ਨੇ ਇੱਥੇ ਸਾਨੂੰ ਦੱਸੇ ਨੇ। ਔਰ ਖਾਸ ਕਰਕੇ ਗੁਰੂ ਜੀ ਨੇ ਇਹਨਾਂ ਸ਼ਲੋਕਾਂ ਰਾਹੀਂ ਨਸ਼ਿਆਂ ਦਾ ਖੰਡਨ ਕੀਤਾ ਹੈ, ਜੋ ਆਮ ਲੋਕ ਨਸ਼ੇ ਵਰਤ ਰਹੇ ਨੇ। ਔਰ ਨਸ਼ਾ ਕੇਵਲ ਸ਼ਰਾਬ, ਭੰਗ, ਅਫੀਮ ਜਾਂ ਇਹਨਾਂ ਦਾ ਹੀ ਨਹੀਂ ਹੁੰਦਾ। ਇਹ ਜਿਹੜੇ ਵਿਕਾਰ ਨੇ ਇਹ ਵੀ ਇੱਕ ਨਸ਼ੇ ਦੀ ਤਰ੍ਹਾਂ ਹੀ ਨੇ, ਜੋ ਬੰਦੇ ਨੂੰ ਅਸਲੀਅਤ ਤੋਂ ਦੂਰ ਲੈ ਜਾਂਦੇ ਨੇ। ਔਰ ਵਿਕਾਰਾਂ ਦੇ ਨਸ਼ੇ ਦੇ ਅੰਦਰ ਮਸਤ ਹੋਇਆ ਬੰਦਾ ਇਨਸਾਨੀਅਤ ਤੋਂ ਬਹੁਤ ਦੂਰ ਚਲਾ ਜਾਂਦਾ ਹੈ। ਤੇ ਜਿਹੜਾ ਇਨਸਾਨ ਇਹਨਾਂ ਨਸ਼ਿਆਂ ਤੋਂ, ਚਾਹੇ ਉਹ ਸ਼ਰਾਬ ਆਦਿਕ ਨਸ਼ੇ ਨੇ ਜਾਂ ਵਿਕਾਰਾਂ ਦਾ ਨਸ਼ਾ ਹੈ, ਜਿਹੜਾ ਇਹਨਾਂ ਦੇ ਵਿੱਚੋਂ ਇਸ ਦੁਨੀਆ ਦੇ ਵਿੱਚ ਬਚ ਨਿਕਲਦਾ ਹੈ, ਅਸਲ 'ਚ ਉਹਨੂੰ ਸੂਰਵੀਰ ਮਰਦਾਨਾ ਹੀ ਕਿਹਾ ਜਾ ਸਕਦਾ ਹੈ। ਜਿਵੇਂ ਗੁਰੂ ਜੀ ਨੇ ਪਾਵਨ ਬਾਣੀ ਵਿੱਚ ਬਚਨ ਵੀ ਕੀਤਾ ਹੈ, ਜਾ ਕੋ ਹਰ ਰੰਗ ਲਾਗੂ ਇਸ ਯੁਗ में है ਸੋ ਕਹੀਅਤ ਹੈ ਸੂਰਾ। ਯਾਨੀ ਇਸ ਜਨਮ ਦੇ ਅੰਦਰ, ਇਸ ਜੀਵਨ ਵਿੱਚ, ਇਸ ਦੁਨੀਆ ਵਿੱਚ ਜਿੱਥੇ ਸਿਚੁਏਸ਼ਨ ਮਾੜੀ ਹੈ, ਐਸੀ ਸਿਚੁਏਸ਼ਨ ਦੇ ਅੰਦਰ ਜਿਸ ਨੂੰ ਪ੍ਰਭੂ ਦੇ ਗੁਣਾਂ ਦਾ ਰੰਗ ਪਿਆਰ ਚੜ ਗਿਆ ਹੈ, ਜੋ ਰੱਬੀ ਗੁਣਾਂ ਦੇ ਨਾਲ ਜੁੜ ਗਿਆ ਹੈ,
ਉਹ ਇਨਸਾਨ ਅਸਲੀ ਸੂਰਮਾ ਹੈ। ਤਾਂ ਆਓ ਬੜੇ ਪਿਆਰ ਨਾਲ ਵਿਚਾਰ ਕਰਨ ਦਾ ਯਤਨ ਕਰੀਏ। ਕਲ ਕਲਵਾਲੀ ਕਾਮ ਮਦ ਮਨੁਆ ਪੀਵਨ ਹਾਰ। ਕਲ ਦਾ ਮਤਲਬ ਕਲਯੁਗ ਨਹੀਂ ਹੈ, ਕਲ ਦਾ ਮਤਲਬ ਕਲਯੁਗੀ ਸੁਭਾਅ। ਇਹਨਾਂ ਚੀਜ਼ਾਂ ਨੂੰ ਵਿਚਾਰਨ ਦੀ ਜ਼ਰੂਰਤ ਹੈ। ਜਿਵੇਂ ਆਪਾਂ ਕੱਲ ਪਰਸੋਂ ਵੀ ਵਿਚਾਰ ਕੀਤੀ ਸੀ ਕਿ ਕਲਯੁਗ ਵਾਸਤਵ ਵਿੱਚ ਕੀ ਹੈ। ਇੱਕ ਘੜੀ ਨਾ ਮਿਲਤੇ ਤਾਂ ਕਲਯੁਗ ਹੁੰਦਾ। ਜਿਸ ਘੜੀ ਜਿਸ ਪਲ ਸਾਡੀ ਸੁਰਤ ਰੱਬੀ ਗੁਣਾਂ ਨਾਲੋਂ ਸੱਚ ਨਾਲੋਂ ਟੁੱਟ ਜਾਂਦੀ ਹੈ, ਉਹ ਜਿਹੜੀ ਅੰਦਰ ਸਾਡੇ ਸੋਚ ਬਣਦੀ ਹੈ, ਉਸ ਨੂੰ ਕਲਯੁਗ ਕਿਹਾ ਜਾਂਦਾ ਹੈ। ਕਲਯੁਗ ਉਦੋਂ ਵਾਪਰਦਾ ਹੈ, ਕਲਯੁਗ ਦਾ ਸੁਭਾਅ ਉਦੋਂ ਵਾਪਰਦਾ ਹੈ ਜਦੋਂ ਬੰਦਾ ਸੱਚ ਨਾਲੋਂ ਟੁੱਟਦਾ ਹੈ, ਜਿਸ ਨੂੰ ਗੁਰੂ ਜੀ ਨੇ ਹੋਰ ਸ਼ਬਦਾਂ ਵਿੱਚ ਐਵੇਂ ਬਿਆਨ ਕੀਤਾ ਹੈ, ਪਰਮੇਸ਼ਰ ਤੇ ਭੁੱਲਿਆ ਵਿਆਪਨ ਸਭੇ ਰੋਗ। ਕਿ ਜਦੋਂ ਰੱਬ ਨੂੰ ਬੰਦਾ ਭੁੱਲਦਾ ਹੈ, ਉਦੋਂ ਅੰਦਰ ਕਾਮ ਕ੍ਰੋਧ ਆਦਿਕ ਰੋਗ ਆ ਜਾਂਦੇ ਨੇ। ਕਲ ਦਾ ਮਤਲਬ ਕਲਯੁਗੀ ਸੁਭਾਅ, ਯਾਨੀ ਪ੍ਰਭੂ ਨਾਲੋਂ ਵਿਛੋੜੇ ਵਾਲੀ ਹਾਲਾਤ। ਆਪ ਨੋਟ ਕਰਨਾ ਚਾਹੋ ਤੇ ਕਰ ਸਕਦੇ ਹੋ। ਕਲ ਦਾ ਮਤਲਬ ਪ੍ਰਭੂ ਨਾਲੋਂ ਵਿਛੋੜੇ ਵਾਲੀ ਹਾਲਾਤ ਨੇ। ਤੇ ਕਲਵਾਲੀ ਕਹਿੰਦੇ ਨੇ ਸ਼ਰਾਬ ਕੱਢਣ ਵਾਲੀ ਮੱਟੀ, ਜਿਹਦੇ ਵਿੱਚ ਸ਼ਰਾਬ ਕੱਢੀ ਦਾ ਹੈ। ਡਰਮ ਵਗੈਰਾ ਵਰਤਦੇ ਨੇ ਜਾਂ ਮੱਟੀ ਵਰਤਦੇ ਨੇ। ਤੇ ਮਦ ਦਾ ਮਤਲਬ ਹੈ ਸ਼ਰਾਬ, ਤੇ ਮਨੁਆ ਦਾ ਮਤਲਬ ਸਾਡਾ ਮਨ। ਤਾਂ ਗੁਰੂ ਜੀ ਕਹਿੰਦੇ ਨੇ ਜਿਵੇਂ ਬੰਦਾ ਸ਼ਰਾਬ ਮੱਟੀ ਵਿੱਚੋਂ ਸ਼ਰਾਬ ਕੱਢਦਾ ਹੈ ਔਰ ਬੰਦਾ ਸ਼ਰਾਬ ਪੀਂਦਾ ਹੈ ਤੇ ਉਹ ਸ਼ਰਾਬ ਆਦਿਕ ਨਸ਼ੇ ਦੇ ਨਾਲ ਬੰਦਾ ਮਦਹੋਸ਼ ਹੋ ਜਾਂਦਾ ਹੈ। ਤਾਂ ਗੁਰੂ ਪਾਤਸ਼ਾਹ ਜੀ ਕਹਿੰਦੇ ਨੇ ਅਸਲ ਦੇ ਅੰਦਰ ਕਲਯੁਗੀ ਸੁਭਾਅ, ਰੱਬ ਦੇ ਨਾਲੋਂ ਵਿਛੋੜੇ ਵਾਲੀ ਜੋ ਹਾਲਾਤ ਹੈ, ਇਹ ਮਾਨੋ ਸ਼ਰਾਬ ਕੱਢਣ ਵਾਲੀ ਮੱਟੀ ਹੈ। ਜੋ ਵਿਛੋੜੇ ਵਾਲੀ ਹਾਲਾਤ ਹੈ ਉਹ ਮੱਟੀ ਹੈ। ਕਾਮ ਮਦ ਤੇ ਕਾਮ ਵਾਸ਼ਨਾਵਾਂ, ਮਦ ਦਾ ਮਤਲਬ ਮਾਨੋ ਸ਼ਰਾਬ ਨੇ। ਮਨੁਆ ਪੀਵਨ ਹਾਰ, ਤੇ ਜੋ ਮਨੁੱਖ ਦਾ ਮਨ ਹੈ ਉਹ ਇਸ ਸ਼ਰਾਬ ਨੂੰ ਪੀਣ ਵਾਲਾ ਹੈ। ਤਾਂ ਸਾਡੇ ਅੰਦਰ ਤਿੰਨ ਔਗਣ ਆ ਗਏ। ਇੱਕ ਤਾਂ ਸਭ ਤੋਂ ਪਹਿਲਾਂ ਜਿੱਥੋਂ ਸਾਰੇ ਔਗਣ ਪੈਦਾ ਹੋਣਗੇ, ਜਿੱਥੋਂ ਸ਼ਰਾਬ ਨਿਕਲਣਾ ਹੈ ਜਿਹੜੀ ਮੱਟੀ ਚੋਂ, ਉਹ ਮੱਟੀ ਕਿਹੜੀ ਹੈ? ਕਲ, ਯਾਨੀ ਰੱਬ ਤੋਂ ਵਿਛੋੜੇ ਵਾਲੀ ਦਸ਼ਾ, ਸਭ ਤੋਂ ਪਹਿਲਾ ਮੇਨ ਔਗਣ। ਦੂਜਾ ਕਾਮ ਮਦ, ਕਾਮ ਵਾਸ਼ਨਾਵਾਂ, ਤੇ ਤੀਜਾ ਹੈਗਾ ਪੀਣ ਵਾਲਾ ਜਿਹੜਾ ਹੈ ਮਨ ਹੈ। ਤਾਂ ਕਲਯੁਗੀ ਸੁਭਾਅ ਸ਼ਰਾਬ ਕੱਢਣ ਵਾਲੀ ਮੱਟੀ ਹੈ, ਕਾਮ ਵਾਸਨਾਵਾਂ ਮਾਨੋ ਸ਼ਰਾਬ ਨੇ, ਔਰ ਮਨ ਇਹਨਾਂ ਸ਼ਰਾਬ ਆਦਿਕ ਵਿਕਾਰਾਂ ਨੂੰ ਪੀਣ ਵਾਲਾ ਬਣਿਆ ਹੋਇਆ ਹੈ। ਕ੍ਰੋਧ ਕਟੋਰੀ ਮੋਹ ਭਰੀ ਪੀਲਾ ਵਾ ਅਹੰਕਾਰ। ਹੁਣ ਸ਼ਰਾਬ ਮੱਟੀ ਵਿੱਚੋਂ ਬਾਹਰ ਆ ਗਿਆ ਤੇ ਕਟੋਰੀ ਜਾਂ ਪਿਆਲੀ ਦੇ ਵਿੱਚ ਜਾਂ ਪਿਆਲੇ ਵਿੱਚ ਗਲਾਸੀ ਵਿੱਚ ਪਾ ਕੇ ਬੰਦਾ ਸ਼ਰਾਬ ਪੀਂਦਾ ਹੈ। ਹੁਣ ਉਹ ਪਿਆਲੀ ਦੱਸ ਰਹੇ ਨੇ ਉਹ ਕਿਹੜੀ ਹੈ? ਕ੍ਰੋਧ ਕਟੋਰੀ, ਗੁੱਸਾ, ਕ੍ਰੋਧ ਜਿਹੜੀ ਹੈ ਉਹ ਮਾਨੋ ਕਟੋਰੀ ਹੈ। ਕ੍ਰੋਧ ਕਟੋਰੀ, ਜਾਂ ਫਿਰ ਡਟ ਕੇ ਪਿਆਰ ਕਰੋ, ਜਿਹੜਾ ਦੋਰਾ ਲੋੜ ਹੀ ਨਾ ਪਵੇ ਸੇਮ ਦੀ ਅਗਲੀ। ਕ੍ਰੋਧ ਕਟੋਰੀ, ਦੋ ਤਿੰਨ ਕੋਈ ਕਿਸੇ ਨੂੰ ਮਿਊਟ ਕਰ ਦੋ, ਵਿੱਚ ਕੋਈ ਬੋਲ ਰਿਹਾ ਬਾਰ ਬਾਰ। ਮੈਂ ਤੁਹਾਨੂੰ ਦੱਸਿਆ ਹੋਵੇ। ਕ੍ਰੋਧ ਕਟੋਰੀ ਮੋਹ ਭਰੀ, ਹਾਂਜੀ, ਪੀਲਾ ਵਾ ਅਹੰਕਾਰ। ਕ੍ਰੋਧ ਇੱਕ ਕਟੋਰੀ ਹੈ ਜਿਹਦੇ ਵਿੱਚ ਸ਼ਰਾਬ ਪਾਇਆ ਜਾ ਰਿਹਾ। ਕਾਮ ਵਾਸਨਾਵਾਂ ਕ੍ਰੋਧ ਰੂਪੀ ਕਟੋਰੀ ਵਿੱਚ ਪੈ ਰਹੀਆਂ ਨੇ। ਮੋਹ ਭਰੀ, ਇੱਥੇ ਕਟੋਰੀ ਭਰਨ ਵਾਲਾ ਕੌਣ ਹੈ? ਕਿਉਂਕਿ ਸ਼ਰਾਬ ਪਾਉਂਦਾ ਹੈ ਨਾ, ਪੈਕ ਬਣਾਉਂਦਾ ਹੈ, ਕੋਈ ਬੰਦਾ ਪਾ ਰਿਹਾ ਹੈ ਕਟੋਰੀ ਦੇ ਅੰਦਰ, ਤੇ ਉਹ ਪਾਣ ਵਾਲਾ ਕੌਣ ਹੈ? ਮੋਹ। ਕ੍ਰੋਧ ਕਟੋਰੀ ਮੋਹ ਭਰੀ, ਕ੍ਰੋਧ ਰੂਪੀ ਕਟੋਰੀ ਹੈ ਔਰ ਮੋਹ ਨੇ ਉਸ ਕਟੋਰੀ ਨੂੰ ਅਹੰਕਾਰ ਰੂਪ ਸ਼ਰਾਬ ਦੇ ਨਾਲ ਭਰ ਦਿੱਤਾ ਹੈ। ਮੋਹ ਨੇ ਭਰ ਦਿੱਤਾ ਹੈ। ਪੀਲਾ ਵਾ ਅਹੰਕਾਰ, ਤੇ ਅੱਗੋਂ ਜਿਵੇਂ ਵਰਤਾਈ ਦਾ ਨਹੀਂ, ਇੱਕ ਨੇ ਕਟੋਰੀ ਵਿੱਚ ਪਾ ਦਿੱਤਾ ਤੇ ਦੂਜਾ ਫਿਰ ਵਰਤਾਨ ਤੁਰ ਪੈਂਦਾ ਹੈ। ਤਾਂ ਇਹ ਸ਼ਰਾਬ ਜਿਹੜੀ ਹੈ ਪਿਆਣ ਵਾਲਾ ਹੰਕਾਰ ਹੈ। ਕਾਮ ਵਾਸਨਾਵਾਂ ਇਹ ਸ਼ਰਾਬ ਨੇ, ਔਰ ਪਿਲਾਣ ਵਾਲਾ ਜਿਹੜਾ ਹੰਕਾਰ ਹੈ। ਕਲ ਕਲਵਾਲੀ, ਰੱਬ ਨਾਲੋਂ ਵਿਛੋੜੇ ਵਾਲੀ ਦਸ਼ਾ ਮੱਟੀ ਹੈ। ਕਾਮ ਵਾਸ਼ਨਾਵਾਂ ਸ਼ਰਾਬ ਨੇ, ਪੀਣ ਵਾਲਾ ਮਨ ਹੈ। ਕ੍ਰੋਧ ਕਟੋਰੀ, ਕ੍ਰੋਧ ਰੂਪੀ ਕਟੋਰੀ ਹੈ, ਮੋਹ ਨੇ ਭਰੀ ਹੋਈ ਹੈ। ਪੀਲਾਵਾ ਅਹੰਕਾਰ, ਤੇ ਇਹ ਵਿਕਾਰ ਪਿਆਣ ਵਾਲਾ ਹੰਕਾਰ ਹੈ। ਯਾਨੀ ਸਾਡੇ ਅੰਦਰ ਇੱਕ ਔਗਣ ਕ੍ਰੋਧ ਆ ਗਿਆ, ਅਗਲਾ ਵਿਕਾਰ ਸਾਡੇ ਅੰਦਰ ਮੋਹ ਆ ਗਿਆ, ਔਰ ਈਗੋ ਆ ਗਿਆ।
ਮਜਲਸ ਕੂੜੇ ਲੱਭ ਕੀ ਪੀ ਪੀ ਹੋਏ ਖੁਆਰ। ਇੱਥੇ ਮਜਲਸ ਦਾ ਮਤਲਬ ਹੈ ਮਹਿਫਿਲ। ਕੂੜੇ ਲੱਭ ਕੀ ਦਾ ਮਤਲਬ ਝੂਠੇ ਜਿਹੜੇ ਰਸ ਨੇ, ਝੂਠੇ ਰਸ ਨੇ। ਕੂੜੇ ਲੱਭ, ਲੱਭ ਦਾ ਮਤਲਬ ਖਾਣ ਪੀਣ ਦੇ ਜੋ ਚਸਕੇ ਨੇ, ਕੂੜੇ ਦਾ ਮਤਲਬ ਝੂਠੇ। ਮਜਲਸ ਕੂੜੇ ਲੱਭ ਕੀ ਪੀ ਪੀ ਹੋਏ ਖੁਆਰ। ਕੂੜੇ ਲੱਭ ਦੀ ਮਾਨੋ ਮਜਲਸ ਹੈ, महफिल इकट्ठी हुई है, यानी कूड़ और ਲੱਭ ਇਹ ਮਾਨੋ ਇੱਕ ਮਜਲਸ ਹੈ, महफिल है। ਤੇ ਕੂੜ ਔਰ ਲੱਭ ਦੀ ਮਜਲਸ ਦੇ ਅੰਦਰ ਬਹਿ ਕੇ ਪੀ ਪੀ ਹੋਏ ਖੁਆਰ, ਕਾਮ ਵਾਸ਼ਨਾਵਾਂ ਦੀ ਸ਼ਰਾਬ ਨੂੰ ਪੀ ਪੀ ਕੇ ਮਨ ਖੁਆਰ ਹੁੰਦਾ ਹੈ। ਯਾਨੀ ਇਹ ਸਾਰੇ ਜੋ ਮਿਲਵੇਂ ਔਗਣ ਨੇ, ਇਹ ਸਾਰੇ ਦੇ ਸਾਰੇ ਮਨ ਦੀ ਖੁਆਰੀ ਦਾ ਕਾਰਨ ਬਣਦੇ ਨੇ। ਔਰ ਇਸ ਤਰ੍ਹਾਂ ਮਨੁੱਖੀ ਮਨ ਖੁਆਰ ਹੁੰਦਾ ਹੈ। ਇਸ ਤਰ੍ਹਾਂ ਮਨੁੱਖ ਇਹਨਾਂ ਵਿਕਾਰਾਂ ਦੇ ਅੰਦਰ ਭਟਕ ਜਾਂਦਾ ਹੈ ਔਰ ਆਪਣੇ ਜੀਵਨ ਨੂੰ ਬਰਬਾਦ ਕਰ ਦਿੰਦਾ ਹੈ। ਹੁਣ ਇਹਦੇ ਉਲਟ ਸਾਨੂੰ ਕੀ ਕਰਨਾ ਚਾਹੀਦਾ ਹੈ, ਜਾਂ ਇਸ ਦੇ ਉਲਟ ਦੂਜੀ ਜ਼ਿੰਦਗੀ ਕੈਸੀ ਹੈ ਜਿਹਦੀ ਪੋਸੀਬਿਲਿਟੀ ਸਾਡੇ ਅੰਦਰ ਹੈ, ਜਿਹਦੀ ਸੰਭਾਵਨਾ ਸਾਡੇ ਅੰਦਰ ਮੌਜੂਦ ਹੈ, ਉਹ ਕੀ ਹੈ ਔਰ ਜਾਂ ਸਾਨੂੰ ਕੀ ਕਰਨਾ ਚਾਹੀਦਾ ਹੈ। ਜ਼ਰੂਰੀ ਨਹੀਂ ਹੈ ਕਿ ਇਹਨਾਂ ਵਿਕਾਰਾਂ ਦੇ ਵਿੱਚ ਹੀ ਹਰ ਬੰਦਾ ਰੁੜੇਗਾ, ਜਾਂ ਸਾਰੀ ਮਨੁੱਖਤਾ ਹੀ ਇਹਨਾਂ ਵਿਕਾਰਾਂ ਵਿੱਚ ਰੁੜ ਜਾਏਗੀ, ਜਾਂ ਕੋਈ ਦੂਜਾ ਰਾਸਤਾ ਨਹੀਂ ਹੈ। ਗੁਰੂ ਜੀ ਕਹਿੰਦੇ ਨੇ ਨਹੀਂ, ਦੂਜਾ ਰਾਸਤਾ ਹੈ ਔਰ ਉਹ ਬੜਾ ਪਿਆਰਾ ਰਾਸਤਾ ਹੈ। ਕਰਨੀ ਲਾਹਣ ਸਤ ਗੁੜ ਸੱਚ ਸਰਾ ਕਰ ਸਾਰ। ਇੱਥੇ ਸਾਰੇ ਜੋ ਸੰਕੇਤ ਨੇ, ਸ਼ਬਦਾਵਲੀ ਹੈ, ਉਹ ਸ਼ਰਾਬ ਵਾਲੀ ਹੀ ਵਰਤ ਰਹੇ ਨੇ। ਕਰਨੀ ਦਾ ਮਤਲਬ ਜੋ ਅਸੀਂ ਕਰਮ ਕਰਦੇ ਹਾਂ, ਸਾਡਾ ਵੇਖਣਾ, ਸਾਡਾ ਬੋਲਣਾ, ਸਾਡਾ ਸੁਣਨਾ, ਸਾਡਾ ਸੋਚਣਾ, ਯਾਨੀ ਮਨ ਬਚਨ ਔਰ ਕਰਮ ਕਰਕੇ ਜੋ ਅਸੀਂ ਜ਼ਿੰਦਗੀ ਜੀ ਰਹੇ ਹਾਂ। ਲਾਹਣ ਕਿਹਨੂੰ ਕਹਿੰਦੇ ਨੇ? ਲਾਹਣ, ਲਾਹਣ ਜਿਹਦੇ ਵਿੱਚ ਸੱਕ, ਗੁੜ, ਪਾਣੀ ਤੇ ਕਈ ਵਿੱਚ ਸੌਂਫ, ਜਵੈਣ ਵਗੈਰਾ ਕਈ ਕੁਛ ਪਾ ਲੈਂਦੇ ਨੇ, ਤੇ ਉਹਨੂੰ ਗੁੜ ਪਾ ਕੇ ਫਿਰ ਉਹਨੂੰ ਤਰਕਾਇਆ ਜਾਂਦਾ ਹੈ। ਉਹਦੇ ਵਿੱਚ ਘੜੇ ਵਿੱਚ ਹੱਥ ਵਗੈਰਾ ਲੋਕ ਫੇਰਦੇ ਰਹਿੰਦੇ ਨੇ, ਉਹ ਫਿਰ ਤਰਕ ਜਾਂਦਾ ਹੈ। ਫਿਰ ਮੁੜ ਕੇ ਜਦੋਂ ਲਾਹਣ ਤਿਆਰ ਹੋ ਜਾਂਦੀ ਹੈ ਤਾਂ ਉਸ ਦੇ ਵਿੱਚੋਂ ਸ਼ਰਾਬ ਕੱਢੀ ਜਾਂਦੀ ਹੈ। ਸੱਚ ਸਰਾ, ਸਰਾ ਦਾ ਮਤਲਬ ਸ਼ਰਾਬ, ਸਾਰ ਦਾ ਮਤਲਬ ਸ੍ਰੇਸ਼ਟ। ਗੁਰੂ ਜੀ ਕਹਿੰਦੇ ਨੇ ਕਰਨੀ ਲਾਹਣ, ਜੇ ਚੰਗੀ ਕਰਨੀ ਨੂੰ ਸ਼ਰਾਬ ਕੱਢਣ ਵਾਲੀ ਲਾਹਣ ਬਣਾ ਲਓ। ਜਿੱਥੇ ਵਿਕਾਰਾਂ ਦਾ ਬੋਲਬਾਲਾ ਸੀ, ਉੱਥੇ ਜੇ ਸ਼ਰਾਬ ਕੱਢਣ ਵਾਲੀ ਜਿਹੜੀ ਲਾਹਣ ਹੈ, ਉਹਨੂੰ ਕਰਨੀ ਨੂੰ ਬਣਾਓ, ਚੰਗੀ ਨੂੰ। ਸੱਚ ਬੋਲੋ, ਚੰਗਾ ਵੇਖੋ, ਚੰਗਾ ਸੁਣੋ, ਚੰਗਾ ਸੋਚੋ ਔਰ ਚੰਗੇ ਕਰਮ ਕਰੋ। ਜੇ ਚੰਗੀ ਸ਼ੁਭ ਕਰਨੀ ਨੂੰ ਬੰਦਾ ਸ਼ਰਾਬ ਕੱਢਣ ਵਾਲੀ ਲਾਹਣ ਬਣਾਵੇ। ਸੱਚ ਸਰਾ ਕਰ ਸਾਰ, ਤੇ ਸਤ ਗੁੜ, ਸਤ ਦਾ ਮਤਲਬ ਸੱਚਾਈ ਨੂੰ ਗੁੜ ਬਣਾਏ। ਲਾਹਣ ਦੇ ਵਿੱਚ ਗੁੜ ਪਾਈ ਦੇ, ਤਾਂ ਸੱਚ ਨੂੰ ਗੁੜ ਬਣਾਵੇ। ਸੱਚ ਸਰਾ ਕਰ ਸਾਰ, ਔਰ ਜੋ ਪ੍ਰਭੂ ਦਾ ਸੱਚਾ ਹੁਕਮ ਹੈ ਉਹਨੂੰ ਸ਼ਰਾਬ ਬਣਾਏ, ਉਹਨੂੰ ਸ੍ਰੇਸ਼ਟ ਸ਼ਰਾਬ ਬਣਾਏ। ਯਾਨੀ ਉਹਨਾਂ ਔਗਣਾਂ ਨੂੰ ਛੱਡ ਕੇ ਆਪਣੀ ਬੰਦਾ ਕਰਨੀ ਨੂੰ ਬਦਲੇ, ਆਪਣਾ ਆਚਰਣ ਉੱਚਾ ਕਰੇ, ਆਪਣੀ ਬੋਲ ਬਾਣੀ ਔਰ ਜੀਵਨ ਦੇ ਅੰਦਰ ਸੱਚ ਨੂੰ ਪੈਦਾ ਕਰੇ, ਤਾਂ ਇਹ ਸ੍ਰੇਸ਼ਟ ਸ਼ਰਾਬ ਹੈ ਜੋ ਜੀਵਨ ਦੇ ਅੰਦਰ ਅਸਲ ਮਸਤੀ ਪੈਦਾ ਕਰੇਗੀ ਔਰ ਬੇਹੋਸ਼ ਵੀ ਨਹੀਂ ਹੋਣ ਦੇਵੇਗੀ। ਬਾਕੀ ਜੋ ਨਸ਼ੇ ਨੇ ਉਹਨਾਂ ਵਿੱਚ ਮਸਤੀ ਨਹੀਂ ਹੈ, ਉਹਨਾਂ ਵਿੱਚ ਬੇਹੋਸ਼ੀ ਹੈ। ਇੱਥੇ ਮਸਤੀ ਹੈ, ਇੱਥੇ ਹੋਸ਼ ਹੈ, ਇੱਥੇ ਜੋਸ਼ ਔਰ ਹੋਸ਼ ਦੋਵੇਂ ਬਰਾਬਰ ਨੇ। ਗੁੜ ਮੰਡੇ ਕਰ ਸੀਲ ਘਿਓ ਸਰਮ ਮਾਸ ਆਹਾਰ। ਗੁਣ ਦਾ ਮਤਲਬ ਚੰਗੇ ਗੁਣ, ਮੰਡੇ ਦਾ ਮਤਲਬ ਹੁੰਦਾ ਹੈ ਰੋਟੀਆਂ। ਮੰਡੇ ਰੋਟੀਆਂ ਵੀ ਅਸੀਂ ਮੰਡੇ ਪਕਾਏ ਨੇ, ਰੋਟੀਆਂ ਪਕਾਈਆਂ ਨੇ। ਸੀਲ ਦਾ ਮਤਲਬ ਚੰਗਾ ਸੁਭਾਅ, ਸਹਿਨਸ਼ੀਲਤਾ ਵਾਲਾ। ਸ਼ਰਮ ਦਾ ਮਤਲਬ ਹਯਾ, ਲੱਜਾ। ਜਿਵੇਂ ਅਸੀਂ ਕਹਿੰਦੇ ਵੀ ਸ਼ਰਮ ਕਰ, ਫਲਾਣੇ ਤੋਂ ਵੱਡਿਆਂ ਦੀ ਸ਼ਰਮ ਕਰਨੀ ਚਾਹੀਦੀ ਹੈ, ਲਾਜ ਰੱਖਣੀ ਚਾਹੀਦੀ ਹੈ, ਸ਼ਰਮ। ਆਹਾਰ ਦਾ ਮਤਲਬ ਭੋਜਨ। ਗੁਣ ਮੰਡੇ ਕਰ, ਗੁਣਾਂ ਨੂੰ ਮੰਡੇ ਬਣਾ, ਯਾਨੀ ਗੁਣਾਂ ਨੂੰ ਮੰਡੇ ਬਣਾ। ਹੁਣ ਦੇਖੋ ਖੁਰਾਕ ਹੈ ਨਾ, ਮੰਡੇ ਦਾ ਮਤਲਬ ਰੋਟੀ, ਖੁਰਾਕ। ਸਾਡੀ ਖੁਰਾਕ ਦੋ ਤਰ੍ਹਾਂ ਦੀ ਹੋ ਸਕਦੀ। ਇੱਕ ਤਾਂ ਸਾਡੀ ਮਾਨਸਿਕ ਖੁਰਾਕ ਹੈ ਔਗਣਾਂ ਦੀ, ਵਿਸ਼ੇ, ਵਿਕਾਰ, ਕਾਮ, ਕ੍ਰੋਧ, ਲੋਭ, ਮੋਹ, ਹੰਕਾਰ। ਇਹਨੂੰ ਅਸੀਂ ਆਪਣੀ ਖੁਰਾਕ ਬਣਾ ਸਕਦੇ ਹਾਂ ਕਿ ਸਾਰਾ ਦਿਨ ਨੈਗੇਟਿਵ ਬੋਲੋ, ਨੈਗੇਟਿਵ ਸੋਚੋ, ਨੈਗੇਟਿਵ ਸੁਣੋ ਤੇ ਨੈਗੇਟਿਵ ਹੀ ਹੋ ਜਾਓ।
ਦੂਜੀ ਅਸੀਂ ਆਪਣੀ ਮਾਨਸਿਕ ਖੁਰਾਕ ਬਣਾ ਸਕਦੇ ਹਾਂ, ਸੱਚ ਬੋਲੋ, ਸੱਚ ਸੁਣੋ, ਸੱਚ ਕਮਾਓ, ਪੋਜ਼ਿਟਿਵ ਰਹੋ, ਚੜ੍ਹਦੀ ਕਲਾ ਦੀਆਂ ਗੱਲਾਂ ਕਰੋ, ਚੜ੍ਹਦੀ ਕਲਾ ਵਾਲੀਆਂ ਸੁਣੋ, ਚੜ੍ਹਦੀ ਕਲਾ ਵਿੱਚ ਰਹੋ। ਤਾਂ ਗੁਰੂ ਜੀ ਕਹਿੰਦੇ ਨੇ ਆਪਣੀ ਖੁਰਾਕ ਜਿਹੜੀ ਹੈ, ਰੋਟੀ ਜਿਹੜੀ ਤੁਹਾਡੀ ਖੁਰਾਕ ਹੈ ਮਾਨਸਿਕ, ਉਹ ਗੁਣਾਂ ਨੂੰ ਬਣਾਓ। ਸ਼ੀਲ ਘਿਓ ਤੇ ਲੋਕ ਰੋਟੀਆਂ ਚੋਪੜ ਕੇ ਖਾਂਦੇ ਨੇ ਨਾ, ਥੋੜੀ ਨਰਮ ਹੋ ਜਾਂਦੀ ਰੋਟੀ, ਚੋਪੜਨ ਨਾਲ ਨਰਮ ਹੋ ਜਾਂਦੀ ਹੈ। ਤੇ ਪਿੰਡਾਂ ਦੇ ਵਿੱਚ ਪਹਿਲਾਂ, ਅੱਜ ਕੱਲ ਤਾਂ ਇਹ ਸ਼ਬਦ ਬਹੁਤ ਘੱਟ ਵਰਤਦੇ ਨੇ, ਪਰ ਪਿੰਡਾਂ ਵਿੱਚ ਵਰਤਿਆ ਜਾਂਦਾ ਹੈ। ਚੂੰਗੇ ਕੱਢਦੇ ਹੁੰਦੇ ਸੀ ਨਾ, ਘਿਓ ਲੈਣਾ ਤੇ ਵਿੱਚ ਏਦਾਂ ਕਰਕੇ ਚੂੰਡੀ ਜੀ ਵੱਢ ਦੇਣੀ ਤੇ ਉਹਦੇ ਵਿੱਚ ਘਿਓ ਪਾ ਦਿੱਤਾ ਸੀ, ਤੇ ਚੂੰਗੇ ਵਾਲੀ ਰੋਟੀ ਬੜੀ ਸਵਾਦ ਲੱਗਦੀ ਸੀ। ਤਾਂ ਗੁਰੂ ਜੀ ਕਹਿੰਦੇ ਨੇ ਜਿਹੜਾ ਮਿੱਠਾ ਤੁਹਾਡਾ ਸੁਭਾਅ ਹੈ ਨਾ, ਸ਼ੀਤਲ ਸੁਭਾਅ, ਸਹਿਨਸ਼ੀਲਤਾ ਵਾਲਾ ਸੁਭਾਅ, ਇਹਨੂੰ ਘਿਓ ਬਣਾਓ। ਜਿਵੇਂ ਘਿਓ ਦੇ ਨਾਲ ਰੋਟੀ ਨਰਮ ਹੋ ਜਾਂਦੀ ਹੈ, ਸਵਾਦ ਵੀ ਲੱਗਦੀ ਹੈ, ਐਵੇਂ ਜੇ ਤੁਹਾਡੇ ਅੰਦਰ ਸਹਿਨਸ਼ੀਲਤਾ ਹੋਏਗੀ, ਸ਼ਾਲੀਨਤਾ ਹੋਏਗੀ, ਤਾਂ ਤੁਹਾਡੇ ਅੰਦਰ ਮਿਠਾਸ ਵੀ, ਤੁਹਾਡਾ ਜੀਵਨ ਵੀ ਸਵਾਦਲਾ ਹੋ ਜਾਏਗਾ ਤੇ ਦੂਜਿਆਂ ਨੂੰ ਵੀ ਤੁਸੀਂ ਚੰਗੇ ਲੱਗੋਗੇ। ਇਸ ਲਈ ਗੁਣਾਂ ਦੀ ਖੁਰਾਕ ਬਣਾਓ, ਸਹਿਨਸ਼ੀਲਤਾ ਵਾਲੇ ਸੁਭਾਅ ਨੂੰ ਘਿਓ ਬਣਾਓ। ਸਰਮ ਮਾਸ ਆਹਾਰ, ਤੇ ਜਿਵੇਂ ਮਾਸ ਖਾਂਦੇ ਹੋ ਨਾ, ਤਾਂ ਸ਼ਰਮ ਦਾ ਮਤਲਬ ਸ਼ਰਮ ਕਰਨੀ, ਲੱਜਾ ਕਰਨੀ, ਵਿਕਾਰਾਂ ਵੱਲੋਂ ਲੱਜਾ ਕਰੋ, ਲੱਜਾ ਦੂਜਿਆਂ ਦੀ, ਵੱਡਿਆਂ ਦੀ ਸ਼ਰਮ ਕਰੋ, ਵਿਕਾਰਾਂ ਵੱਲੋਂ ਆਪਣੇ ਸ਼ਰਮ ਕਰੋ, ਤੇ ਇਸ ਚੀਜ਼ ਨੂੰ ਮਾਸ ਦਾ ਆਹਾਰ ਬਣਾਓ। ਯਾਨੀ ਜਿਵੇਂ ਮਾਸ ਖਾਂਦੇ ਹੋ, ਉਵੇਂ ਤੁਸੀਂ ਸ਼ਰਮ ਨੂੰ, ਲੱਜਾ ਨੂੰ, ਹਯਾ ਨੂੰ ਆਪਣੀ ਜ਼ਿੰਦਗੀ ਦਾ ਆਹਾਰ ਬਣਾਓ। ਅੱਜ ਆਮ ਬੰਦੇ ਦੇ ਅੰਦਰ ਲੱਜਾ ਨਹੀਂ ਰਹੀ ਨਾ, ਇਸੇ ਕਰਕੇ ਰਿਸ਼ਤਿਆਂ ਵਿੱਚ ਦੂਰੀਆਂ ਨੇ। ਚਾਹੀਦਾ ਤੇ ਇਹ ਹੈ ਕਿ ਆਪਣੇ ਤੋਂ ਵੱਡਿਆਂ ਦਾ ਸਤਿਕਾਰ ਕਰੋ। ਲੱਜਾ ਕਿਹਨੂੰ ਕਹਿੰਦੇ ਨੇ? ਆਪਣੇ ਤੋਂ ਵੱਡਿਆਂ ਦਾ ਸਤਿਕਾਰ, ਹਮ ਉਮਰ ਦੇ ਨਾਲ ਪਿਆਰ, ਤੇ ਛੋਟਿਆਂ ਦੇ ਨਾਲ ਸਨੇਹ ਦੀ ਭਾਵਨਾ ਰੱਖੋ। ਵਿਕਾਰਾਂ ਵੱਲੋਂ ਸ਼ਰਮ ਕਰੋ, ਬੋਲਣ ਤੋਂ, ਮਾੜਾ ਬੋਲਣ ਤੋਂ ਸ਼ਰਮ ਕਰੋ, ਮਾੜੇ ਕਰਮ ਕਰਨ ਤੋਂ ਸ਼ਰਮ ਕਰੋ, ਮਾੜੀ ਸੋਚ ਤੋਂ ਸ਼ਰਮ ਕਰੋ, ਮਾੜੇ ਪਾਸੇ ਜਾਣ ਤੋਂ ਸ਼ਰਮ ਕਰੋ। ਇਹਨੂੰ ਮਾਸ ਦਾ ਆਹਾਰ ਬਣਾਓ। ਲੇਕਿਨ ਇਹ ਖਾਣਾ ਮਿਲੇਗਾ ਕਿੱਥੋਂ? ਐਸੀ ਜ਼ਿੰਦਗੀ ਬਣੇਗੀ ਕਿਵੇਂ? ਗੁਰਮੁਖ ਪਾਈਐ ਨਾਨਕਾ, ਖਾਧੈ ਜਾਹੇ ਵਿਕਾਰ। ਗੁਰਮੁਖ ਦਾ ਮਤਲਬ ਗੁਰੂ ਦੇ ਜ਼ਰੀਏ। ਗੁਰੂ ਨਾਨਕ ਪਾਤਸ਼ਾਹ ਜੀ ਕਹਿੰਦੇ ਨੇ ਕਿ ਗੁਰੂ ਦੇ ਜ਼ਰੀਏ ਇਹ ਖੁਰਾਕ ਮਿਲੇਗੀ। ਐਸੀ ਜ਼ਿੰਦਗੀ, ਇਹ ਜਿਹੜੇ ਗੁਣ ਨੇ ਗੁਰੂ ਦੇ ਜ਼ਰੀਏ ਮਿਲਣਗੇ। ਤੇ ਜਿਹੜਾ ਇਸ ਖੁਰਾਕ ਨੂੰ ਖਾਏਗਾ, ਮੀਨਸ ਇਹਨਾਂ ਗੁਣਾਂ ਨੂੰ ਇੰਪਲੀਮੈਂਟ ਕਰੇਗਾ, ਤਾਂ ਉਹਦਾ ਰਿਜ਼ਲਟ ਕੀ ਨਿਕਲੇਗਾ? ਖਾਧੈ ਜਾਹੇ ਵਿਕਾਰ। ਇਸ ਦੇ ਖਾਂਦਿਆਂ ਸਾਰੇ ਵਿਕਾਰ ਜ਼ਿੰਦਗੀ ਚੋਂ ਦੂਰ ਹੋ ਜਾਣਗੇ। ਸਾਰੇ ਪਾਪ ਜਿਹੜੇ ਨੇ ਉਹ ਜੀਵਨ ਦੇ ਅੰਦਰੋਂ ਖਤਮ ਹੋ ਜਾਣਗੇ, ਜੇਕਰ ਇਸ ਖੁਰਾਕ ਨੂੰ ਖਾਣ ਦਾ ਯਤਨ ਕਰੋਗੇ। ਕਿਹੜੀ ਖੁਰਾਕ? ਚੰਗੀ ਕਰਨੀ, ਉੱਚਾ ਆਚਰਨ ਔਰ ਸੱਚ, ਗੁਣਾਂ ਦੇ ਧਾਰਨੀ ਹੋਣਾ, ਸ਼ਾਲੀਨਤਾ ਵਾਲਾ ਸੁਭਾਅ ਔਰ ਸ਼ਰਮ ਜ਼ਿੰਦਗੀ ਦੇ ਅੰਦਰ ਕਰਨੀ, ਤੇ ਗੁਰੂ ਦੇ ਦੱਸੇ ਰਾਹ ਤੇ ਤੁਰਨਾ। ਗੁਰੂ ਦੇ ਦੱਸੇ ਰਾਹ ਤੇ ਚੱਲ ਕੇ ਐਸੀ ਕਰਨੀ ਪੈਦਾ ਹੋਏਗੀ, ਜਿਸ ਖੁਰਾਕ ਨੂੰ ਖਾਣ ਦੇ ਨਾਲ ਜਿੰਨੇ ਵੀ ਜ਼ਿੰਦਗੀ ਚੋਂ ਵਿਕਾਰ ਨੇ ਉਹ ਚਲੇ ਜਾਣਗੇ। ਦੇਖੋ, ਜੀਵਨ ਹੀ ਹੈ, ਜੋ ਨੈਗੇਟਿਵ ਨੇ, ਪਾਪ ਵਿਕਾਰ ਨੇ, ਉਹ ਕਰਮ ਕਰਕੇ ਇੱਕ ਤਾਂ ਸਾਡੀ એનર્ਜੀ ਜ਼ਿਆਦੀ ਵੇਸਟ ਹੋ ਰਹੀ ਹੈ, ਦੂਜਾ ਸਾਡੀ ਆਪਣੀ ਜ਼ਿੰਦਗੀ ਦੇ ਅੰਦਰ ਦੁੱਖ ਪੈਦਾ ਹੋ ਰਹੇ ਨੇ, ਤੇ ਤੀਜਾ ਬੰਦਾ ਸਮਾਜ ਦੇ ਅੰਦਰ ਵਿਕਾਰ, ਪਾਪ, ਅਪਰਾਧ ਔਰ ਦੁੱਖ ਪੈਦਾ ਕਰ ਰਿਹਾ ਹੈ। ਤੇ ਜੇ ਇਹ ਚੰਗੀ ਜ਼ਿੰਦਗੀ ਜੀਵੇ, ਉਹਦੇ ਨਾਲ ਇੱਕ ਤਾਂ ਆਪਣੇ ਅੰਦਰ ਸ਼ਾਂਤੀ ਆਏਗੀ, ਦੂਜੇ ਨੰਬਰ ਤੇ ਪਰਿਵਾਰਾਂ ਦੇ ਅੰਦਰ ਖੁਸ਼ਹਾਲੀ ਆਏਗੀ, ਤੇ ਤੀਜੇ ਨੰਬਰ ਤੇ ਇਹ ਜਿਹੜਾ ਸਮਾਜ ਹੈ ਨਾ, ਉਹ ਸੁਖੀ ਔਰ ਸ਼ਾਂਤ ਹੋਏਗਾ। ਇਸ ਲਈ ਗੁਰੂ ਪਾਤਸ਼ਾਹ ਜੀ ਸਾਨੂੰ ਇਹ ਸਮਝਾ ਰਹੇ ਨੇ। ਔਰ ਦੇਖੋ, ਗੁਰਮੁਖ ਪਾਈਐ ਨਾਨਕਾ, ਜੇ ਇਹ ਸ਼ਲੋਕ ਭਾਈ ਮਰਦਾਨਾ ਜੀ ਦਾ ਹੁੰਦਾ ਤਾਂ ਇੱਥੇ ਨਾਨਕ ਸ਼ਬਦ ਨਹੀਂ ਸੀ ਆਉਣਾ। ਇਸ ਲਈ ਇਹ ਤਾਂ ਸ਼ੋਰ ਹੈ ਕਿ ਇਹ ਸ਼ਲੋਕ ਗੁਰੂ ਨਾਨਕ ਪਾਤਸ਼ਾਹ ਜੀ ਦਾ ਹੀ ਉਚਾਰਨ ਕੀਤਾ ਹੋਇਆ ਹੈ। ਮਰਦਾਨਾ ਪਹਿਲਾ ਜਾਂ ਇੱਕ ਲਿਖਿਆ ਹੈ, ਕਿ ਮਰਦਾਨਾ ਲਿਖ ਕੇ ਇੱਕ ਲਿਖਿਆ ਹੈ। ਇੱਕ ਦਾ ਮਤਲਬ ਮਹਿਲਾ ਪਹਿਲਾ ਹੈ, ਤੇ ਮਰਦਾਨਾ ਸਿਰਲੇਖ ਅਸੀਂ ਕਹਿ ਸਕਦੇ ਹਾਂ। ਵੈਸੇ ਜਿਵੇਂ ਮੈਂ ਪਹਿਲਾਂ ਬੇਨਤੀ ਕੀਤੀ ਹੈ, ਵਿਦਵਾਨਾਂ ਦੇ ਅੰਦਰ ਇਸ ਬਾਰੇ ਮਤਭੇਦ ਹੈ, ਲੇਕਿਨ ਜੋ ਮੇਰੀ ਵਿਚਾਰ ਹੈ, ਇੰਜ ਪ੍ਰਤੀਤ ਹੁੰਦਾ ਹੈ, ਮੇਰੀ ਪਰਸਨਲ ਰਾਏ ਹੈ
कि ये मर्दाना सिरलेख होवे, कि जेड़ा ऐसी जिंदगी जीवेगा असल मर्द इंसान हो। काया लाहण आप मद मजलस तृष्णा धात, फिर ਉਹੀ ਸ਼ਬਦਾਵਲੀ ਵਰਤ ਰਹੇ ਨੇ ਨਸ਼ਿਆਂ ਵਾਲੀ, ਕਿਉਂਕਿ ਨਸ਼ਿਆਂ ਦੇ ਅੰਦਰ ਜਿਹੜਾ ਬੰਦਾ ਖਚਤ ਹੁੰਦਾ ਹੈ ਉਹਨੂੰ ਆਪਣੇ ਪਰਾਏ ਦੀ ਪਹਿਚਾਨ ਭੁੱਲ ਜਾਂਦੀ ਹੈ। ਨਸ਼ਿਆਂ ਦੇ ਅੰਦਰ ਖਚਤ ਇਨਸਾਨ ਮਾਨਸਿਕ ਰੋਗੀ ਹੋ ਜਾਂਦਾ ਹੈ, ਆਪਣੀ ਪ੍ਰਾਪਰਟੀ ਬਰਬਾਦ ਕਰਦਾ ਹੈ, ਸਿਹਤ ਖਰਾਬ ਕਰ ਲੈਂਦਾ ਹੈ ਔਰ ਆਪਣੀ ਇੱਜ਼ਤ ਜਿਹੜੀ ਹੈ ਉਹ ਗਵਾ ਲੈਂਦਾ ਹੈ, ਆਪਣੇ ਜਿਹੜੇ ਸੰਬੰਧ ਨੇ ਉਹ ਗਵਾ ਲੈਂਦਾ ਹੈ, ਸਾਰਾ ਕੁਝ ਉਹਦਾ ਤਬਾਹ ਔਰ ਬਰਬਾਦ ਹੋ ਜਾਂਦਾ ਹੈ। ਤਾਂ ਜਿਵੇਂ ਨਸ਼ਾ ਤਬਾਹੀ ਕਰਦਾ ਹੈ, ਉਸੇ ਤਰ੍ਹਾਂ ਵਿਕਾਰ ਨੇ ਉਹ ਵੀ ਸਾਡੇ ਮਾਨਸਿਕ ਤੌਰ ਤੇ ਸਾਡੇ ਅੰਦਰ ਪ੍ਰੋਬਲਮ ਕ੍ਰੀਏਟ ਕਰਦੇ ਨੇ। ਨਸ਼ੇ ਨੇ ਸਰੀਰ ਨੂੰ ਖਰਾਬ ਕੀਤਾ, ਸਾਡੇ ਦੁਨਿਆਵੀ ਰਿਸ਼ਤੇ ਖਰਾਬ ਕੀਤੇ ਔਰ ਸਾਡੀ ਪ੍ਰਾਪਰਟੀ ਨੂੰ ਖਰਾਬ ਕੀਤਾ। ਤੇ ਜਿਹੜੇ ਵਿਕਾਰਾਂ ਦਾ ਨਸ਼ਾ ਹੈ ਇਹ ਸਾਨੂੰ ਮਾਨਸਿਕ ਤੌਰ ਤੇ ਪਰੇਸ਼ਾਨ ਕਰਦੇ ਨੇ, ਸੰਸਾਰਿਕ ਸੰਬੰਧਾਂ ਦੇ ਵਿੱਚ ਵੀ ਦੂਰੀਆਂ ਪੈਦਾ ਕਰਦੇ ਨੇ ਔਰ ਇਸ ਸਮਾਜ ਦੇ ਅੰਦਰ ਵੀ ਪਾਪ, ਵਿਕਾਰ, ਅਪਰਾਧ ਔਰ ਦੁੱਖ ਅਤੇ ਅਸ਼ਾਂਤੀ ਦਾ ਕਾਰਨ ਬਣਦੇ। ਇਸ ਲਈ ਗੁਰੂ ਜੀ ਸਾਨੂੰ ਫਿਰ ਦੁਬਾਰਾ ਸਮਝਾ ਰਹੇ ਨੇ, ਕਾਇਆ ਲਾਹਣ। ਲਾਹਣ ਸਰੀਰ ਮਾਨੋ ਸ਼ਰਾਬ ਕੱਢਣ ਵਾਲੀ ਸਮੱਗਰੀ ਹੈ। ਲਾਹਣ ਦੇ ਵਿੱਚ ਸੱਕ ਆ ਗਏ, ਗੁੜ ਆ ਗਿਆ ਜਾਂ ਹੋਰ ਜੋ ਵੀ ਸਮਾਨ ਸ਼ਰਾਬ ਕੱਢਣ ਵਾਲੇ ਪਾਉਂਦੇ ਨੇ। ਤਾਂ ਗੁਰੂ ਜੀ ਕਹਿੰਦੇ ਨੇ ਕਾਇਆ ਮਾਨੋ ਇੱਕ ਸ਼ਰਾਬ ਕੱਢਣ ਵਾਲੀ ਸਮੱਗਰੀ ਹੈ, ਮੱਟੀ ਹੈ। ਆਪ ਮਦ, ਆਪ ਮਦ ਅਹੰਕਾਰ ਜਿਹੜਾ ਹੈ ਉਹ ਸ਼ਰਾਬ ਹੈ। ਮਜਲਸ ਤ੍ਰਿਸ਼ਨਾ ਧਾਤ, ਧਾਤ ਦਾ ਮਤਲਬ ਹੈ ਦੌੜ ਭੱਜ, ਭਟਕਣਾ, ਧਾਣਾ, ਦੌੜਨਾ। ਮਜਲਸ ਦਾ ਮਤਲਬ ਮਹਿਫਿਲ, ਤੇ ਤ੍ਰਿਸ਼ਨਾ ਦੇ ਅੰਦਰ ਭਟਕਣਾ ਇੱਕ ਮਹਿਫਿਲ ਹੈ। ਜਿਵੇਂ ਸ਼ਰਾਬ ਪੀਣ ਵਾਲਿਆਂ ਦੀ ਮਹਿਫਿਲ ਲੱਗੀ ਹੁੰਦੀ ਨਾ, ਕਿਤੇ ਬੋਰਡ ਥੱਲੇ ਜਾ ਬੈਠੇ, ਕਿਤੇ ਠੇਕੇ ਤੇ ਬਹਿ ਗਏ, ਇਹਨਾਂ ਦੇਸ਼ਾਂ ਵਿੱਚ ਜੋ ਪਬ ਕਲੱਬ ਨੇ ਉਧਰ ਚਲੇ ਗਏ, ਜਾਂ ਕਿਸੇ ਘਰ ਦੇ ਪਿਛਵਾੜੇ ਜਾਂ ਜਿੱਥੇ ਵੀ ਬੈਠ ਕੇ ਚਾਰ ਬੰਦੇ ਸ਼ਰਾਬ ਆਦਿ ਪੀਂਦੇ ਨੇ, ਉਹਨੂੰ ਉਹ ਮਹਿਫਿਲ ਕਹਿੰਦੇ ਨੇ। ਤਾਂ ਗੁਰੂ ਪਾਤਸ਼ਾਹ ਜੀ ਕਹਿੰਦੇ ਨੇ ਕਾਇਆ ਸਰੀਰ ਮਾਨੋ ਇੱਕ ਮੱਟੀ ਹੈ। ਇਹ ਸਰੀਰ ਦੇ ਅੰਦਰ ਜੋ ਈਗੋ ਹੈ ਉਹ ਸ਼ਰਾਬ ਹੈ, ਤੇ ਤ੍ਰਿਸ਼ਨਾ ਦੇ ਅੰਦਰ ਭੱਜ ਦੌੜ ਕਰਨੀ, ਤ੍ਰਿਸ਼ਨਾ ਦੇ ਅੰਦਰ ਭਟਕਣਾ, ਇਹ ਮਹਿਫਿਲ ਹੈ। ਬੰਦੇ ਦੇ ਮਨ ਜਿਹੜਾ ਨਾ ਉਹ ਤ੍ਰਿਸ਼ਨਾ ਦੀ ਮਹਿਫਿਲ ਦੇ ਅੰਦਰ ਸ਼ਾਮਲ ਹੈ। ਮਨਸਾ ਕਟੋਰੀ ਕੂੜ ਭਰੀ ਪੀ ਲਾਏ ਜਮਕਾਲ। ਕੂੜ ਭਰੀ ਦਾ ਮਤਲਬ ਕੂੜ ਦੇ ਨਾਲ ਭਰੀ ਹੋਈ, ਮਨਸਾ ਦਾ ਮਤਲਬ ਵਾਸ਼ਨਾ। ਵਾਸ਼ਨਾ ਇੱਕ ਕਟੋਰੀ ਹੈ, ਪਿਆਲੀ ਹੈ, ਤੇ ਜਿਵੇਂ ਪਿਆਲੇ ਦੇ ਅੰਦਰ ਸ਼ਰਾਬ ਪਾਈਦਾ ਨਾ, ਤਾਂ ਗੁਰੂ ਪਾਤਸ਼ਾਹ ਜੀ ਕਹਿੰਦੇ ਨੇ ਕੂੜ ਦੇ ਨਾਲ ਭਰੀ ਪਈ ਹੈ। ਕੂੜ ਹੈ ਮਨਸਾ, ਫੁਰਨੇ ਜੋ ਸਾਡੇ ਨੇ, ਵਾਸ਼ਨਾਵਾਂ ਨੇ। ਇਹ ਵਾਸ਼ਨਾਵਾਂ ਇੱਕ ਪਿਆਲੀ ਦੀ ਤਰ੍ਹਾਂ ਨੇ, ਤੇ ਇਹ ਵਾਸ਼ਨਾਵਾਂ ਕੂੜ ਦੇ ਨਾਲ ਭਰੀਆਂ ਹੋਈਆਂ ਨੇ, ਝੂਠ ਦੇ ਨਾਲ, ਕਿਉਂਕਿ ਸਾਰੀਆਂ ਵਾਸ਼ਨਾਵਾਂ ਦਾ ਬੇਸ ਝੂਠ ਹੈ। ਝੂਠ ਬੋਲ ਕੇ, ਫਰੇਬ ਕਰਕੇ, ਠੱਗੀਆਂ ਕਰਕੇ ਕਿਵੇਂ ਬੰਦਾ ਆਪਣੀਆਂ ਵਾਸਨਾਵਾਂ ਪੂਰੀਆਂ ਕਰਨੀਆਂ ਚਾਹੁੰਦਾ ਹੈ। ਜੇ ਸੱਚ ਹੋਏਗਾ ਨਾ ਮਨ ਵਿੱਚ, ਤਾਂ ਉਹਦੇ ਅੰਦਰ ਵਾਸ਼ਨਾਵਾਂ ਰਹਿਣਗੀ ਨਹੀਂ, ਕੂੜ ਰਹਿ ਗਈ ਨਹੀਂ। ਕਿਉਂਕਿ ਜਿੱਥੇ ਸੱਚ ਹੈ ਉੱਥੇ ਆਚਰਣਹੀਣਤਾ ਨਹੀਂ ਰਹਿਣੀ। ਜਿੱਥੇ ਸੱਚ ਹੋਏਗਾ ਉਹ ਬੰਦਾ ਬੇਗਾਨਾ ਹੱਕ ਨਹੀਂ ਖਾਏਗਾ। ਜਿੱਥੇ ਸੱਚ ਹੋਏਗਾ ਬੰਦਾ ਰਿਸ਼ਵਤ ਨਹੀਂ ਲਏਗਾ, ਨਾ ਦੇਵੇਗਾ। ਸੱਚ ਆਉਂਦਿਆਂ ਹੀ ਸਾਰੇ ਵਿਕਾਰ ਖਤਮ ਹੋ ਜਾਣਗੇ, ਤੇ ਕੂੜ ਆਉਂਦਿਆਂ, ਝੂਠ ਆਉਂਦਿਆਂ ਹੀ ਸਾਰੀ ਵਿਕਾਰੀ ਜ਼ਿੰਦਗੀ ਸ਼ੁਰੂ ਹੋ ਜਾਏਗੀ। ਤਾਂ ਗੁਰੂ ਜੀ ਕਹਿੰਦੇ ਨੇ ਮਨਸਾ ਵਾਸ਼ਨਾ ਮਾਨੋ ਇੱਕ ਕਟੋਰੀ ਹੈ ਜਿਹੜੀ ਕੂੜ ਦੇ ਨਾਲ ਭਰੀ ਪਈ ਹੈ, ਯਾਨੀ ਸਾਡੇ ਅੰਦਰ ਵਾਸ਼ਨਾ ਔਰ ਝੂਠ ਵਿਕਾਰ ਨੇ। ਪੀ ਲਾਏ ਜਮਕਾਲ, ਜਮਕਾਲ ਦਾ ਮਤਲਬ ਮੌਤ, ਆਤਮਕ ਮੌਤ। ਆਤਮਕ ਮੌਤ ਪਿਆਰੀ ਹੈ, ਯਾਨੀ ਜਿਹੜਾ ਵੀ ਇਹ ਚੀਜ਼ਾਂ ਪੀਂਦਾ ਹੈ ਨਾ, ਇਹਨਾਂ ਚੀਜ਼ਾਂ ਨੂੰ ਵਰਤਦਾ ਹੈ, ਉਹ ਆਤਮਕ ਤੌਰ ਤੇ ਮਰ ਜਾਂਦਾ ਹੈ। ਉਹਦੇ ਅੰਦਰੋਂ ਇਨਸਾਨੀਅਤ ਮਰ ਜਾਂਦੀ ਹੈ, ਉਹਦੀ ਜ਼ਮੀਰ ਮਰ ਜਾਂਦੀ ਹੈ। ਤੇ ਯਾਦ ਰੱਖਣਾ, ਜਿਹਦੇ ਅੰਦਰੋਂ ਇਨਸਾਨੀਅਤ ਮਰ ਜਾਏ ਨਾ, ਉਹ ਬੰਦਾ ਕਿਸੇ ਕੰਮ ਦਾ ਨਹੀਂ ਰਹਿ ਜਾਂਦਾ। ਆਪਾਂ ਵਿਚਾਰ ਚੁੱਕੇ ਹਾਂ ਪਿੱਛੇ, ਨਰੂ ਮਰੇ ਨਰ ਕਾਮ ਨਾ ਆਵੇ। ਨਰੂ ਦਾ ਮਤਲਬ ਇਨਸਾਨੀਅਤ। ਜਿਹਦੇ ਅੰਦਰੋਂ ਇਨਸਾਨੀਅਤ ਮਰ ਜਾਂਦੀ, ਉਹ ਬੰਦਾ ਕਿਸੇ ਕੰਮ ਨਹੀਂ ਆਉਂਦਾ। ਪਸ਼ੂ ਮਰੇ ਦਸ ਕਾਜ ਸਵਾਰੇ। ਜਿਹਦੇ ਅੰਦਰੋਂ ਪਸ਼ੂ ਪੁਣਾ, ਪਸ਼ੂ ਬਿਰਤੀਆਂ ਮਰਦੀਆਂ ਨੇ, ਉਦੋਂ ਫਿਰ ਉਹ ਬੰਦਾ ਲੋਕਾਂ ਦੇ ਕੰਮ ਸਵਾਰਦਾ ਹੈ, ਆਪਣੇ ਵੀ ਸਵਾਰਦਾ ਹੈ, ਪਰਿਵਾਰ ਦੇ ਸਵਾਰਦਾ ਹੈ,
ਸੰਸਾਰ ਦੇ ਕਾਰਜ ਸੰਵਾਰਦਾ ਹੈ, ਉਦੋਂ ਉਹ ਬੰਦਾ ਕਿਸੇ ਦੇ ਕੰਮ ਆਉਂਦਾ ਹੈ, ਕਿਸੇ ਦੀ ਹੈਲਪ ਕਰਦਾ ਹੈ। ਤਾਂ ਆਤਮਕ ਮੌਤ ਪਿਲਾ ਰਹੀ ਹੈ, ਭਾਵ ਕਿ ਇਹ ਸਾਰੇ ਔਗਣ ਜਿਸ ਦੇ ਅੰਦਰ ਆ ਜਾਣਗੇ, ਉਹ ਬੰਦਾ ਆਤਮਕ ਮੌਤ ਤੇ ਮਰ ਜਾਏਗਾ। ਉਹਦੇ ਅੰਦਰ ਆਤਮਕ ਪ੍ਰਸੰਨਤਾ ਨਹੀਂ ਰਹੇਗੀ, ਆਤਮਕ ਜੀਵਨ ਨਹੀਂ ਰਹੇਗਾ, ਆਤਮਕ ਆਨੰਦ ਨਹੀਂ ਰਹੇਗਾ, ਆਤਮਕ ਖੇੜਾ ਨਹੀਂ ਰਹੇਗਾ। ਉਹਦੇ ਅੰਦਰੋਂ ਜ਼ਮੀਰ ਮਰ ਜਾਏਗੀ, ਉਹਦੀ ਆਤਮਕ ਮੌਤ ਹੋ ਜਾਏਗੀ, ਉਹਦੇ ਅੰਦਰੋਂ ਆਤਮਕ ਗੁਣ ਖਤਮ ਹੋ ਜਾਣਗੇ, ਇਨਸਾਨੀਅਤ ਖਤਮ ਹੋ ਜਾਏਗੀ। ਇਤ ਮਦ ਪੀਤੈ ਨਾਨਕਾ ਬਹੁਤੇ ਖੱਟੀਆਂ ਵਿਕਾਰ। ਇਤ ਮਦ ਦਾ ਮਤਲਬ ਇਹ ਸ਼ਰਾਬ ਪੀਣ ਨਾਲ, ਜਿਹੜੀ ਇਹ ਸ਼ਰਾਬ ਦੱਸੀ ਹੈ ਨਾ ਔਗਣਾ ਵਾਲੀ, ਇਹ ਔਗਣਾ ਵਾਲੀ ਸ਼ਰਾਬ ਦੇ ਪੀਤਿਆਂ ਬਹੁਤੇ ਖੱਟੀਆਂ ਵਿਕਾਰ, ਬਹੁਤ ਵਿਕਾਰ ਖੱਟੇ ਜਾਂਦੇ ਨੇ। ਯਾਨੀ ਅਹੰਕਾਰ, ਤ੍ਰਿਸ਼ਨਾ, ਕੂੜ ਆਦਿਕ ਦੇ ਕਾਰਨ ਵਿਕਾਰ ਹੀ ਵਿਕਾਰ ਪੈਦਾ ਹੁੰਦੇ ਨੇ। ਜਿੱਥੇ ਅਹੰਕਾਰ ਵੀ ਹੋਏਗਾ, ਜਿੱਥੇ ਤ੍ਰਿਸ਼ਨਾ ਵੀ ਹੋਵੇਗੀ, ਜਿੱਥੇ ਝੂਠ ਵੀ ਹੋਏਗਾ, ਉੱਥੇ ਹੋਰ ਬਹੁਤ ਸਾਰੇ ਪਾਪ ਅਪਰਾਧ ਆਟੋਮੈਟਿਕਲੀ ਆਈ ਜਾਣਗੇ। ਜਿਹਦੀ ਸੋਚ ਦਾ ਬੇਸ ਇਹ ਹੋਏਗਾ, ਉਹ ਆਟੋਮੈਟਿਕਲੀ ਪਾਪ ਅਪਰਾਧ ਕਰੀ ਜਾਏਗਾ ਔਰ ਵਿਕਾਰਾਂ ਦੇ ਅੰਦਰ ਖਚਤ ਹੋ ਜਾਏਗਾ। ਤੇ ਜਦੋਂ ਅਸੀਂ ਇਸ ਦੁਨੀਆ ਵੱਲ, ਸੰਸਾਰ ਵੱਲ ਦੇਖਦੇ ਹਾਂ, ਤਾਂ ਬਹੁ ਗਿਣਤੀ ਲੋਕਾਂ ਦਾ ਹਾਲ ਇਹੀ ਹੈ। ਅਸੀਂ ਸਾਰਿਆਂ ਨੂੰ ਨਹੀਂ ਕਹਿ ਸਕਦੇ ਕਿ ਸਾਰੀ ਦੁਨੀਆ ਗਰਕ ਗਈ ਹੈ। ਨੇ ਚੰਗੇ ਲੋਕ, ਬੇਸ਼ੱਕ ਉਹ ਘੱਟ ਨੇ, ਹੈਨ ਵਿਰਲੇ, ਨਾ ਹੀ ਘਣੇ ਫੈਲ ਫਕਰ ਸੰਸਾਰ। ਇਹ ਬਹੁਤ ਬਹੁ ਗਿਣਤੀ ਦੀ ਗੱਲ ਹੋ ਰਹੀ ਹੈ। ਇਹ ਉਹਨਾਂ ਦੀ ਗੱਲ ਹੈ ਜੋ ਲੋਕ ਇਸ ਤਰ੍ਹਾਂ ਦੀ ਜ਼ਿੰਦਗੀ ਜੀ ਰਹੇ ਨੇ। ਹੁਣ ਸਾਨੂੰ ਕੀ ਕਰਨਾ ਚਾਹੀਦਾ ਹੈ? ਇਹਦਾ ਸੋਲੂਸ਼ਨ ਕੀ ਹੈ? ਤਾਂ ਗੁਰੂ ਜੀ ਉਸ ਦਾ ਸੋਲੂਸ਼ਨ ਦੱਸਦੇ ਨੇ ਕਿ ਦੇਖੋ, ਤੁਸੀਂ ਜ਼ਿੰਦਗੀ ਜੀ ਰਹੇ ਹੋ ਵਿਕਾਰਾਂ ਵਾਲੀ, ਤੁਹਾਡਾ ਸਮਾਂ ਵੀ ਲੱਗ ਰਿਹਾ ਹੈ, ਤੁਹਾਡੀ ਐਨਰਜੀ ਵੀ ਲੱਗ ਰਹੀ ਹੈ, ਯਤਨ ਵੀ ਤੁਸੀਂ ਕਰ ਰਹੇ ਹੋ, ਲੇਕਿਨ ਉਹਦਾ ਰਿਜ਼ਲਟ ਇਹ ਨਿਕਲ ਰਿਹਾ ਹੈ ਕਿ ਤੁਹਾਡੀ ਜ਼ਿੰਦਗੀ ਵਿੱਚ ਅਸ਼ਾਂਤੀ ਹੈ, ਚਿੰਤਾ ਪਰੇਸ਼ਾਨੀਆਂ ਦੇ ਨਾਲ ਘਿਰੇ ਹੋਏ ਹੋ। ਤੇ ਇੱਥੇ ਹੀ ਬਸ ਨਹੀਂ, ਤੁਸੀਂ ਦੁਨੀਆ ਵਿੱਚ ਡਰ ਔਰ ਚਿੰਤਾਵਾਂ ਪੈਦਾ ਕਰ ਰਹੇ ਹੋ ਔਰ ਅਸ਼ਾਂਤੀ ਫੈਲਾ ਰਹੇ ਹੋ। ਤਾਂ ਜਦੋਂ ਸਮੇਂ ਨੂੰ ਅਸੀਂ ਯੂਜ਼ ਹੀ ਕਰਨਾ ਹੈ, ਐਨਰਜੀ ਨੂੰ ਵਰਤਣਾ ਹੀ ਹੈ, ਤਾਂ ਇਹਨੂੰ ਕਨਵਰਟ ਕਰ ਲਓ, ਥੋੜਾ ਸੌਖੇ ਢੰਗ ਦੇ ਨਾਲ ਜੀ ਲਓ। ਤੁਹਾਡੀ ਐਨਰਜੀ ਵੀ ਘੱਟ ਵੇਸਟ ਹੋਏਗੀ, ਸਮਾਂ ਵੀ ਤੁਹਾਡਾ ਸਫਲਾ ਹੋਏਗਾ। ਉਹਦੇ ਵਾਸਤੇ ਕਰਨਾ ਕੀ ਹੈ? ਗਿਆਨ ਗੁੜ ਸਾਲਾਹ ਮੰਡੇ, ਮੰਡੇ ਦਾ ਮਤਲਬ ਰੋਟੀਆਂ, ਖੁਰਾਕ, ਗਿਆਨ, ਗਿਆਨ ਦਾ ਮਤਲਬ ਗਿਆਨ, ਭਉ ਮਾਸ ਆਹਾਰ, ਭਉ ਦਾ ਮਤਲਬ ਅਦਬ, ਰੱਬ ਦਾ ਡਰ। ਗੁਰੂ ਦਾ ਗਿਆਨ ਗੁੜ ਹੋਵੇ, ਗੁਰੂ ਦਾ ਗਿਆਨ ਗੁੜ ਹੋਵੇ, ਯਾਨੀ ਗਿਆਨ ਨੂੰ ਗੁੜ ਬਣਾਓ। ਜਿਵੇਂ ਸ਼ਰਾਬ ਕੱਢਣ ਵਾਸਤੇ ਗੁੜ ਪਾਈਦਾ ਨਾ, ਤਾਂ ਗੁਰੂ ਜੀ ਕਹਿੰਦੇ ਨੇ ਜਿੱਥੇ ਅਗਿਆਨਤਾ ਦਾ, ਵਿਕਾਰਾਂ ਦਾ, ਹੰਕਾਰ ਦਾ ਗੁੜ ਪਾ ਰਹੇ ਹੋ, ਵਿਕਾਰਾਂ ਦਾ, ਗਿਆਨ ਨੂੰ ਗੁੜ ਬਣਾਓ, ਗੁਰੂ ਦੇ ਗਿਆਨ ਨੂੰ ਵਰਤੋ। ਜਿਵੇਂ ਅਸੀਂ ਪਾਵਨ ਬਾਣੀ ਵਿੱਚ ਬਾਰ-ਬਾਰ ਪੜ੍ਹਦੇ ਆ ਨਾ, ਅਕਲੀ ਸਾਹਿਬ ਸੇਵੀਐ, ਅਕਲੀ ਕੀਚੈ ਦਾਨ, ਅਕਲੀ ਪੜ੍ਹ ਕੇ ਬੁੱਝੀਐ, ਅਕਲੀ ਪਾਈਐ ਮਾਨ, ਨਾਨਕ ਆਖੈ ਰਾਹ ਇਹ ਹੋਰ ਗੱਲਾਂ ਸ਼ੈਤਾਨ। ਜੇ ਗਿਆਨ ਦੀ ਵਰਤੋਂ ਨਹੀਂ ਨਾ ਕਰੋਗੇ ਤਾਂ ਜ਼ਿੰਦਗੀ ਦੇ ਅੰਦਰ ਸ਼ੈਤਾਨੀਅਤ ਔਰ ਹੈਵਾਨੀਅਤ ਪੈਦਾ ਹੋ ਜਾਏਗੀ। ਇਸ ਲਈ ਗਿਆਨ ਦੀ ਵਰਤੋਂ ਕਰੋ, ਮਤ ਦੀ ਵਰਤੋਂ ਕਰੋ, ਜੋ ਅਸੀਂ ਜਪਜੀ ਸਾਹਿਬ ਜੀ ਦੇ ਵਿੱਚ ਵੀ ਬੜੀ ਖੁੱਲੀ ਵਿਚਾਰ ਇਸ ਬਾਰੇ ਕੀਤੀ ਸੀ। ਗਿਆਨ ਦੀ ਵਰਤੋਂ ਅਤਿਅੰਤ ਜ਼ਰੂਰੀ ਹੈ, ਕਿਉਂਕਿ ਜੇ ਸਾਨੂੰ ਗਿਆਨ ਨਹੀਂ ਹੈ ਤੇ ਅਗਿਆਨਤਾ ਵਸ ਜੇ ਅਸੀਂ ਚੱਲਾਂਗੇ ਤੇ ਜੀਵਨ ਦੇ ਸਹੀ ਸਫ਼ਰ ਅਸੀਂ ਕਰ ਨਹੀਂ ਪਾਵਾਂਗੇ। ਸਪੋਜ਼ ਤੁਸੀਂ ਜਾ ਰਹੇ ਹੋ, ਆਪਣੇ ਡੈਸਟੀਨੇਸ਼ਨ ਵੱਲ ਵੱਧ ਰਹੇ ਹੋ, ਤੇ ਗਲਤੀ ਦੇ ਨਾਲ ਤੁਸੀਂ ਕੋਈ ਐਗਜ਼ਿਟ ਗਲਤ ਲੈ ਲਿਆ ਤੇ ਚਲੀ ਜਾ ਰਹੇ ਹੋ। ਬੇਸ਼ੱਕ ਤੁਸੀਂ ਕਾਰ 70-80 ਕਿਲੋਮੀਟਰ ਦੀ ਸਪੀਡ ਨਾਲ ਦੌੜਾਈ ਜਾ ਰਹੇ ਹੋ, ਰਾਸਤਾ ਬਿਲਕੁਲ ਸਾਫ਼ ਹੈ, ਪਰ ਤੁਹਾਡਾ ਹਰ ਪਲ ਤੁਹਾਨੂੰ ਤੁਹਾਡੀ ਮੰਜ਼ਿਲ ਤੋਂ ਦੂਰ ਲੈ ਜਾ ਰਿਹਾ ਹੈ। ਕਾਰਨ ਇਹ ਹੈ ਕਿ ਅਗਿਆਨਤਾ ਵਸ ਗਲਤ ਡਾਇਰੈਕਸ਼ਨ ਵੱਲ ਜਾ ਰਹੇ ਹੋ, ਤਾਂ ਗਲਤ ਡਾਇਰੈਕਸ਼ਨ ਤੇ ਚੱਲ ਕੇ ਕਦੇ ਵੀ ਆਪਣੇ ਡੈਸਟੀਨੇਸ਼ਨ ਤੇ ਪਹੁੰਚਿਆ ਨਹੀਂ ਜਾ ਸਕਦਾ। ਇਸੇ ਤਰ੍ਹਾਂ ਜੇ ਅਸੀਂ ਜ਼ਿੰਦਗੀ ਵਿੱਚ ਸੁੱਖ, ਸ਼ਾਂਤੀ, ਆਨੰਦ, ਖੇੜਾ, ਪ੍ਰਸੰਨਤਾ ਚਾਹੁੰਦੇ ਹਾਂ, ਤਾਂ ਸਾਡੀ ਡਾਇਰੈਕਸ਼ਨ ਠੀਕ ਹੋਣੀ ਚਾਹੀਦੀ। ਯਤਨ ਤੇ ਅਸੀਂ ਕਰ ਰਹੇ ਹਾਂ, ਕਰਮ ਤਾਂ ਆਮ ਬੰਦਾ ਕਰ ਰਿਹਾ ਹੈ,
ਆਮ ਜੋ ਧਾਰਮਿਕ ਲੋਕ ਨੇ ਆਪੋ ਆਪਣੇ ਧਰਮ ਮੁਜਬ ਸਵੇਰੇ ਸਾਰੇ ਲੋਕ ਉੱਠਦੇ ਨੇ, ਆਪਣੇ ਆਪਣੇ ਧਰਮ ਦੇ ਦੱਸੇ ਹੋਏ ਸਾਰੇ ਕਰਮ ਕਾਂਡ ਕਰਦੇ ਨੇ, ਮੰਦਿਰ ਗੁਰਦੁਆਰੇ ਮਸੀਤਾਂ ਵਿੱਚ ਲੋਕ ਗਿਰਜੇ ਘਰਾਂ ਵਿੱਚ ਜਾ ਰਹੇ ਨੇ, ਲੇਕਿਨ ਬੰਦਾ ਪਹੁੰਚਿਆ ਨਹੀਂ, ਬਹੁ ਗਿਣਤੀ ਪਹੁੰਚ ਨਹੀਂ ਪਾਈ। ਉਹਦਾ ਰੀਜ਼ਨ ਕੀ ਹੈ ਕਿ ਅਗਿਆਨਤਾਵਸ਼ ਕੁਝ ਐਸੇ ਕਰਮ ਕਰ ਰਿਹਾ ਹੈ ਜਿਨ੍ਹਾਂ ਕਰਮਾਂ ਦਾ ਲਾਭ ਹੀ ਕੋਈ ਨਹੀਂ ਤੇ ਉਹਨਾਂ ਨੂੰ ਧਰਮ ਸਮਝ ਕੇ ਕਰੀ ਜਾ ਰਿਹਾ। ਇਸ ਲਈ ਗੁਰੂ ਜੀ ਕਹਿੰਦੇ ਨੇ ਗਿਆਨ ਦੀ ਵਰਤੋਂ ਕਰੋ। ਕੋਈ ਵੀ ਕੰਮ ਕਰਨ ਤੋਂ ਪਹਿਲਾਂ 3 ਗੱਲਾਂ ਜ਼ਰੂਰ ਸੋਚੋ ਕਿ ਜਿਹੜਾ ਮੈਂ ਕੰਮ ਕਰਨ ਲੱਗਾ ਹਾਂ, ਕਿਸੇ ਨੇ ਮੈਨੂੰ ਕੋਈ ਕੰਮ ਕਿਹਾ ਹੈ ਤੇ ਮੈਂ ਕੰਮ ਕਰਨ ਲੱਗਾ, ਤਾਂ ਜਿਹੜਾ ਮੈਂ ਕੰਮ ਕਰਨ ਲੱਗਾ ਕਿ ਉਹਦੇ ਨਾਲ ਮੇਰਾ ਨੁਕਸਾਨ ਤੇ ਨਹੀਂ ਹੋਏਗਾ। ਜੇ ਮੇਰਾ ਨੁਕਸਾਨ ਹੁੰਦਾ ਹੈ ਤਾਂ ਮੈਨੂੰ ਉਹ ਕੰਮ ਨਹੀਂ ਕਰਨਾ ਚਾਹੀਦਾ। ਦੂਜੀ ਗੱਲ, ਜਿਸਨੇ ਮੈਨੂੰ ਕੰਮ ਕਰਨ ਲਈ ਕਿਹਾ ਹੈ, ਜੇ ਮੈਂ ਉਹ ਕੰਮ ਕਰਦਾ ਹਾਂ ਤੇ ਉਹਦਾ ਨੁਕਸਾਨ ਤੇ ਨਹੀਂ ਹੋਏਗਾ। ਮੇਰਾ ਤੇ ਨਾ ਹੋਏ ਪਰ ਉਹਦਾ ਨੁਕਸਾਨ ਹੋ ਜਾਏ ਜਿਹਦੇ ਲਈ ਮੈਂ ਕੰਮ ਕਰਨਾ ਹੈ, ਤਾਂ ਵੀ ਉਹ ਕੰਮ ਨਹੀਂ ਕਰਨਾ ਚਾਹੀਦਾ। ਤੇ ਜੇ ਮੇਰਾ ਵੀ ਨੁਕਸਾਨ ਨਹੀਂ ਹੁੰਦਾ, ਜਿਸ ਵਾਸਤੇ ਮੈਂ ਕੰਮ ਕਰਨਾ ਹੈ ਉਹਦਾ ਵੀ ਨੁਕਸਾਨ ਨਹੀਂ ਹੁੰਦਾ, ਤਾਂ ਤੀਜੀ ਗੱਲ ਇਹ ਸੋਚਣੀ ਚਾਹੀਦੀ ਵੀ ਹੋਰ ਕਿਤੇ ਮੁਹੱਲੇ ਵਾਲਿਆਂ ਦਾ ਕੋਈ 5-7 ਬੰਦਿਆਂ ਦਾ ਨੁਕਸਾਨ ਤੇ ਨਹੀਂ ਹੋ ਜਾਏਗਾ। ਜੇ ਕਿਸੇ ਥਰਡ ਪਰਸਨ ਦਾ ਨੁਕਸਾਨ ਹੁੰਦਾ ਤਾਂ ਵੀ ਸਾਨੂੰ ਕੰਮ ਨਹੀਂ ਕਰਨਾ ਚਾਹੀਦਾ। ਇਹ ਹਰ ਬੰਦੇ ਨੂੰ ਸੋਚਣਾ ਚਾਹੀਦਾ ਹੈ। ਜਦੋਂ ਬੰਦਾ ਇਸ ਲੈਵਲ ਤੇ ਨਹੀਂ ਸੋਚਦਾ ਤਾਂ ਇਸ ਦੁਨੀਆ ਦੇ ਅੰਦਰ ਪਾਪ, ਵਿਕਾਰ, ਅਪਰਾਧ ਫੈਲਦੇ ਨੇ ਔਰ ਉਹਦਾ ਰਿਜ਼ਲਟ ਇਹ ਨਿਕਲਦਾ ਹੈ ਕਿ ਮੈਂ ਤੁਹਾਡੇ ਵਾਸਤੇ ਦੁੱਖ ਪੈਦਾ ਕਰ ਰਿਹਾ, ਤੁਸੀਂ ਮੇਰੇ ਵਾਸਤੇ ਦੁੱਖ ਪੈਦਾ ਕਰੀ ਜਾ ਰਹੇ ਹੋ। ਔਰ ਅਗਿਆਨਤਾਵਸ ਹੋ ਐਵੇਂ ਹੀ ਰਿਹਾ ਹੈ। ਫਾਰ ਐਗਜ਼ਾਮਪਲ, ਇੱਕ ਬੰਦਾ ਦੁੱਧ ਵੇਚਣ ਵਾਸਤੇ ਆ ਰਿਹਾ, ਉਹਨੂੰ ਪਤਾ ਹੈ ਕਿ ਮੈਂ ਕੈਮੀਕਲ ਪਾ ਕੇ ਦੁੱਧ ਤਿਆਰ ਕੀਤਾ ਹੈ, ਦੁੱਧ ਜੈਨੂਇਨ ਨਹੀਂ ਹੈ, ਉਹਨੂੰ ਪਤਾ ਹੈ, ਔਰ ਉਹ ਲੋਕਾਂ ਦੇ ਵਿੱਚ ਦੁੱਧ ਵਰਤਾ ਰਿਹਾ ਹੈ। ਤੇ ਉਹ ਇਹ ਸੋਚਦਾ ਹੈ ਕਿ ਜੋ ਮੇਰੇ ਬੱਚੇ ਨੇ ਉਹਨਾਂ ਨੇ ਤੇ ਬਿਮਾਰ ਹੋਣਾ ਨਹੀਂ, ਕਿਉਂਕਿ ਅਸੀਂ ਤੇ ਆਪਣੇ ਘਰ ਵਿੱਚ ਆਪਣੀ ਮੱਝ ਦਾ ਸਹੀ ਦੁੱਧ, ਪਿਓਰ ਦੁੱਧ ਵਰਤ ਰਹੇ ਹਾਂ। ਮੈਂ ਲੋਕਾਂ ਵਾਸਤੇ ਵੇਚ ਰਿਹਾ ਨਾ, ਲੋਕਾਂ ਦੇ ਵਿੱਚ ਕੈਮੀਕਲ ਵੇਚਣਾ ਮੇਰਾ ਨੁਕਸਾਨ ਥੋੜੀ ਹੈ। ਉਹ ਇਹ ਸਮਝ ਕੇ ਬਾਕੀ ਦਿਆਂ ਨੂੰ ਵੇਚ ਰਿਹਾ ਹੈ ਤੇ ਬਾਕੀ ਦੇ ਲੋਕਾਂ ਦੀਆਂ ਕਿਡਨੀਆਂ ਖਰਾਬ ਹੋ ਗਈਆਂ, ਕਿਸੇ ਨੂੰ ਕੋਈ ਨੁਕਸਾਨ ਹੋ ਗਿਆ, ਸਿਹਤ ਦੇ ਵਿੱਚ ਗੜਬੜ ਆ ਗਈ ਨਾ, ਤੇ ਦੁੱਧ ਵੇਚਣ ਵਾਲਾ ਸੋਚਦਾ ਕਿ ਸ਼ਾਇਦ ਮੈਂ ਸੇਫ ਹਾਂ। ਹੁਣ ਅੱਗੇ ਸਬਜ਼ੀ ਵੇਚਣ ਵਾਲਾ ਹੈ, ਫਰੂਟ ਵੇਚਣ ਵਾਲਾ ਹੈ, ਉਹ ਕੈਮੀਕਲ ਦੇ ਇੰਜੈਕਸ਼ਨ ਲਗਾ ਰਿਹਾ ਤੇ ਉਹ ਸੋਚਦਾ ਕਿ ਜਿਹੜੇ ਮੇਰੇ ਘਰ ਦੇ ਵਿੱਚ ਸਬਜ਼ੀ, ਟਮਾਟਰ ਹੈ, ਉਹ ਤੇ ਮੈਂ ਆਪਣੇ ਘਰ ਵਾਸਤੇ ਸੇਫ ਰੱਖੀ ਹੈ, ਇਹਦੇ ਨਾਲ ਮੇਰਾ ਨੁਕਸਾਨ ਥੋੜੀ ਹੋਣਾ ਹੈ। ਤਾਂ ਹੁਣ ਦੁੱਧ ਵੇਚਣ ਵਾਲਾ ਸਬਜ਼ੀ ਲੈ ਕੇ ਜਾਏਗਾ ਨਾ, ਦੁੱਧ ਵਾਲੇ ਨੇ ਸਬਜ਼ੀ ਵਾਲੇ ਨੂੰ ਕੈਮੀਕਲ ਵਾਲਾ ਦੁੱਧ ਦੇ ਦਿੱਤਾ ਤੇ ਸਬਜ਼ੀ ਵਾਲੇ ਨੇ ਦੁੱਧ ਵਾਲੇ ਨੂੰ ਕੈਮੀਕਲ ਵਾਲੀ ਸਬਜ਼ੀ ਦੇ ਦਿੱਤੀ, ਉਹਦਾ ਵੀ ਬਿਮਾਰ ਹੋ ਗਿਆ, ਉਧਰ ਵੀ ਬਿਮਾਰੀ ਹੋ ਗਈ। ਇੱਕ ਬੰਦਾ ਡਾਕਟਰ ਹੈ, ਉਹ ਇਹ ਸੋਚ ਰਿਹਾ ਹੈ ਕਿ ਚਲ ਮੈਂ ਜਿਹੜਾ ਇੰਜੈਕਸ਼ਨ ਪਾਣੀ ਦੇ ਲਗਾ ਰਿਹਾ, ਮੇਰਾ ਥੋੜੀ ਨੁਕਸਾਨ ਹੋ ਰਿਹਾ, ਬਾਕੀ ਦਾ ਹੋ ਰਿਹਾ ਨਾ, ਮੇਰੇ ਕੋਲ ਤੇ ਪੈਸੇ ਆ ਰਹੇ ਨੇ। ਲੇਕਿਨ ਉਹਦਾ ਹੀ ਟੈਕਸ ਤੇ ਦੂਜਾ ਇੰਜੀਨੀਅਰ ਜਿਹੜਾ ਹੈ ਉਹ ਕਿਤੇ ਮਤਲਬ ਪੁਲ ਵਗੈਰਾ ਦੇ ਖਾ ਗਿਆ, ਆਪਣਾ ਸੀਮੈਂਟ ਤੇ ਹੋਰ ਗੜਬੜ ਕਰਤੀ, ਉਹ ਸੜਕਾਂ ਖਰਾਬ ਹੋ ਗਈਆਂ, ਨੁਕਸਾਨ ਹੋ ਗਿਆ ਨਾ ਦੂਜਿਆਂ ਦਾ। ਤਾਂ ਇਸ ਤਰ੍ਹਾਂ ਅਗਿਆਨਤਾਵਸ ਹਰ ਬੰਦਾ ਦੂਜੇ ਦੇ ਰਾਹਾਂ ਵਿੱਚ ਕੰਡੇ ਬੀਜਦਾ ਪੂਰੀ ਦੁਨੀਆ ਨੂੰ ਹੀ ਕੰਡਿਆਲਾ ਬਣਾ ਦਿੰਦਾ। ਮੈਂ ਕੰਡੇ ਤੁਹਾਡੇ ਰਾਹ ਵਿੱਚ ਖਿਲਾਰੇ ਵੀ ਮੈਨੂੰ ਕਿਹੜਾ ਚੁੱਭਣੇ ਨੇ, ਤੇ ਤੁਸੀਂ ਜਾਂਦੇ 4 ਕੰਡੇ ਮੇਰੇ ਰਾਹ ਸੁੱਟ ਕੇ ਵੀ ਆਪੇ ਮੋਹਰ ਸਿੰਘ ਨੂੰ ਚੁੱਭਣੇ ਨੇ, ਤਾਂ ਕੀ ਹੋਏਗਾ? ਸਾਰੇ ਰਾਹ ਕੰਡਿਆਂ ਦੇ ਨਾਲ ਭਰ ਜਾਣਗੇ। ਤੇ ਜੇ ਮੈਂ ਇਹ ਸੋਚਾਂ ਕਿ ਮੈਂ 2 ਫੁੱਲ ਕਿਸੇ ਦੇ ਰਾਹਾਂ ਵਿੱਚ ਬੀਜਦੇ ਹਾਂ, ਤੇ ਤੁਸੀਂ ਇਹ ਸੋਚੋ ਕਿ 2 ਫੁੱਲ ਕਿਸੇ ਦੂਜੇ ਦੇ ਰਾਹਾਂ ਵਿੱਚ ਬੀਜ ਦਿਓ, ਪੂਰੀ ਦੁਨੀਆ ਫੁੱਲਾਂ ਦੇ ਨਾਲ ਭਰ ਜਾਏਗੀ। ਇਸ ਲਈ ਜ਼ਰੂਰਤ ਹੈ ਹਰ ਬੰਦੇ ਨੂੰ ਇਸ ਪਾਸੇ ਕੰਮ ਕਰਨ ਦੀ, ਗਿਆਨ ਦੀ ਵਰਤੋਂ ਕਰਨੀ ਹੈ। ਅਗਿਆਨਤਾਵਸ ਹਰ ਬੰਦਾ ਦੂਜਿਆਂ ਦਾ ਨੁਕਸਾਨ ਕਰ ਰਿਹਾ ਹੈ ਔਰ ਉਹਦਾ ਆਪਣਾ ਵੀ ਹੋ ਰਿਹਾ। ਇਸ ਲਈ ਗੁਰੂ ਜੀ ਕਹਿੰਦੇ ਨੇ ਗਿਆਨ ਗੁੜ, ਗਿਆਨ ਦਾ ਗੁੜ ਬਣਾਓ, ਗਿਆਨ ਦੀ ਵਰਤੋਂ ਕਰੋ। ਸਾਲਾਹ ਮੰਡੇ, ਸਾਲਾਹ ਦਾ ਮਤਲਬ ਸਿਫਤ ਸਲਾਹ, ਪੋਜ਼ਿਟਿਵ ਸੋਚੋ, ਸਕਾਰਾਤਮਕ ਸੋਚੋ। ਕਿਉਂਕਿ ਅਸੀਂ ਨੈਗੇਟਿਵ ਸੋਚਦੇ ਹਾਂ ਔਰ ਨੈਗੇਟਿਵ ਬੋਲਦੇ ਹਾਂ ਤਾਂ ਉਹਦੇ ਨਾਲ ਕੀ ਹੁੰਦਾ ਹੈ? ਦੁਨੀਆ ਦੇ ਅੰਦਰ ਡਰ ਔਰ ਭੈ ਦਾ ਵਾਤਾਵਰਣ ਪੈਦਾ ਹੁੰਦਾ। ਜਦੋਂ ਅਸੀਂ ਚੁਗਲੀ ਔਰ ਨਿੰਦਿਆ ਕਰਦੇ ਹਾਂ, ਦੂਜਿਆਂ ਦੇ ਗੁਣ ਔਗਣ ਦੱਸਦੇ ਹਾਂ, ਫਲਾਂ ਬੰਦੇ ਵਿੱਚ ਇਹ ਔਗਣ ਹੈ, ਫਲਾਂ ਬੰਦੇ ਵਿੱਚ ਇਹ ਔਗਣ ਹੈ, ਉਹਦੇ ਵਿੱਚ ਇਹ ਹੈ,
ਤੁਸੀਂ ਵੀ ਔਗਣ ਗਿਣ ਰਹੇ ਹੋ, ਮੈਂ ਵੀ ਔਗਣ ਗਿਣ ਰਿਹਾ, ਤੀਜਾ ਬੰਦਾ ਵੀ ਔਗਣ ਗਿਣ ਰਿਹਾ ਹੈ, ਤੇ ਗੁਣ ਆਉਣਗੇ ਕਿੱਥੋਂ? ਦਿਮਾਗ ਭਰ ਜਾਏਗਾ ਨਾ। ਹਰ ਬੰਦਾ ਕੂੜਾ ਚੁੱਕੀ ਫਿਰਦਾ ਹੈ। ਤੁਸੀਂ ਇਹ ਕੂੜੇ ਦਾ ਦਾਬੜਾ ਸਾਡੇ ਘਰ ਸੁੱਟ ਗਏ ਸੀ, ਗੁਆਂਢੀਆਂ ਵੱਲ, ਗੁਆਂਢੀਆਂ ਨੇ ਦੂਜਿਆਂ ਵੱਲ, ਹਰ ਘਰ ਦੇ ਅੰਦਰ ਕੂੜਾ ਫੈਲਾਇਆ ਜਾ ਰਿਹਾ ਹੈ। ਕਿੰਨਾ ਚੰਗਾ ਹੁੰਦਾ ਫੁੱਲ ਫੈਲਾਉਂਦੇ, ਪੋਜ਼ਿਟਿਵ ਬੋਲਦੇ। ਔਰ ਯਾਦ ਰੱਖਣਾ, ਤੁਹਾਡਾ ਕੱਲਾ ਕੱਲਾ ਨੈਗੇਟਿਵ ਬੋਲ ਇੰਨਾ ਵੱਡਾ ਨੁਕਸਾਨ ਕਰ ਰਿਹਾ ਹੈ ਜਿਹਦਾ ਕੋਈ ਅੰਤ ਨਹੀਂ ਹੈ। ਜਦੋਂ ਕੋਈ ਮਨੋਵਿਗਿਆਨ ਨੂੰ ਪੜ੍ਹੋਗੇ ਨਾ, ਤਾਂ ਇਸ ਬਾਰੇ ਸਮਝ ਆ ਜਾਏਗੀ ਕਿ ਵਾਸਤਵ ਦੇ ਅੰਦਰ ਅਸੀਂ ਆਪਣੇ ਬੱਚਿਆਂ ਦਾ ਕਿੰਨਾ ਨੁਕਸਾਨ ਕੀਤਾ ਹੈ। ਇਹ ਮੈਂ ਬੇਨਤੀਆਂ ਪਹਿਲਾਂ ਕਈ ਵਾਰ ਕਰ ਚੁੱਕਾ। ਅਸੀਂ ਆਪਣੇ ਬੱਚੇ ਨੂੰ ਕਹਿੰਦੇ ਬੇਟੇ ਤੇਰੇ ਤੋਂ ਨਹੀਂ ਗਾਇਆ ਜਾਣਾ, ਤੇਰੇ ਤੋਂ ਨਹੀਂ ਪਾਠ ਸਿੱਖਿਆ ਜਾਣਾ, ਤੇਰੇ ਤੋਂ ਨਹੀਂ ਇੱਥੇ ਚੜਿਆ ਜਾਣਾ, ਉਧਰ ਨਾ ਜਾਈ, ਇਹ ਨਾ ਕਰੀ, ਉਹ ਨਾ ਕਰੀ, ਫਲਾਂ ਨਾ ਕਰੀ, ਢੀਂਗ ਨਾ ਕਰੀ। ਤਾਂ ਕੀ ਹੁੰਦਾ ਹੈ ਕਿ ਉਹ ਬੱਚੇ ਸਮਝ ਲੈਂਦੇ ਨੇ ਵੀ ਸਾਡੇ ਮਾਂ ਪਿਓ ਠੀਕ ਹੀ ਕਹਿ ਰਹੇ ਨੇ, ਸਾਡਾ ਪਿਓ ਸਿਆਣਾ ਹੈ, ਚਿੱਟੀ ਦਾੜੀ ਐਵੇਂ ਥੋੜਾ ਹੋਊਗੀ, ਪਿਓ ਸਾਡਾ ਠੀਕ ਕਹਿ ਰਿਹਾ, ਮੇਰੇ ਤੋਂ ਨਹੀਂ ਹੋਣਾ। ਉਹ ਕੰਮ ਨਹੀਂ ਕਰਦਾ। 18 ਸਾਲ ਤੱਕ ਅਸੀਂ ਬੱਚਿਆਂ ਨੂੰ ਕਹਿੰਦੇ ਆ ਭੂਆ ਵੱਲ ਨਾ ਜਾਈ, ਉਹਦੇ ਨਾਲ ਸਾਡੀ ਬਣਦੀ ਨਹੀਂ, ਮਾਸੀ ਦੇ ਘਰ ਨਾ ਜਾਈ, ਉਸ ਪੇੜ ਵੱਲ ਨਾ ਜਾਈ, ਉਧਰ ਭੂਤ ਰਹਿੰਦੇ ਨੇ, ਨਦੀ ਵੱਲ ਨਾ ਜਾਈ, ਨਹਾਉਣ ਵਾਸਤੇ ਡੁੱਬ ਜਾਏਗਾ, ਇਧਰ ਨਾ ਜਾਈ, ਉਹ ਨਾ ਕਰੀ, ਇਹ ਨਾ ਕਰੀ, ਉਹ ਨਾ ਕਰੀ। 18 ਸਾਲ ਇਹੀ ਕਹਿੰਦੇ ਆ ਬੱਚਿਆਂ ਨੂੰ। ਤੇ ਜਦੋਂ 18-20 ਸਾਲ ਦਾ ਹੋ ਜਾਂਦਾ, ਉਹਦਾ ਵਿਆਹ ਕਰਕੇ ਉਹਨੂੰ ਹੁਣ ਕਹਿੰਦੇ ਆ ਕੁਛ ਕਰ। ਤੇ ਬੰਦਾ ਪੁੱਛੇ ਕਰੇ ਕੀ? 18 ਸਾਲ ਤੇ ਤੁਸੀਂ ਉਹਦਾ ਨਾਸ ਮਾਰਿਆ ਹੈ, ਉਹਦੀ ਐਸੀ ਤੈਸੀ ਫੇਰੀ ਹੈ ਵੀ ਇਹ ਨਾ ਕਰੀ, ਤੇਰੇ ਤੋਂ ਇਹ ਵੀ ਨਹੀਂ ਹੋਣਾ, ਇਹ ਵੀ ਨਹੀਂ ਹੋਣਾ। ਤੇ ਹੁਣ ਕਰੇ ਕੀ? ਸਵਾ ਕਰਨ ਲਈ ਦੱਸਿਆ ਕੀ ਹੈ? ਨੈਗੇਟਿਵ। ਨੈਗੇਟਿਵ ਬੋਲ ਕਿਸੇ ਵਾਸਤੇ ਨਾ ਬੋਲੋ। ਇਹ ਦੁਨੀਆ ਦਾ ਸਭ ਤੋਂ ਵੱਡਾ ਪਾਪ ਹੈ, ਸਭ ਤੋਂ ਵੱਡਾ ਅਪਰਾਧ ਹੈ, ਸਭ ਤੋਂ ਵੱਡਾ ਅਤਿਆਚਾਰ ਹੈ। ਇਹ ਅਤਿਆਚਾਰ ਕਿਸੇ ਤੇ ਨਾ ਕਰੋ। ਤੇ ਜੇ ਤੁਹਾਨੂੰ ਵੀ ਕੋਈ ਕਹੇ ਨਾ ਕਿ ਇਹ ਕੰਮ ਤੁਹਾਡੇ ਤੋਂ ਨਹੀਂ ਹੋਣਾ, ਤੇ ਇਹ ਅਤਿਆਚਾਰ ਆਪਣੇ ਤੇ ਵੀ ਨਾ ਹੋਣ ਦਿਓ। ਕਿਉਂ ਨਹੀਂ ਹੋਣਾ? ਮੈਂ ਕਰ ਸਕਦਾ ਹਾਂ। ਆਪਣੇ ਆਪ ਤੇ ਵੀ ਅਤਿਆਚਾਰ ਨਾ ਕਰੋ ਕਿ ਮੈਂ ਐਸਾ ਚੰਗਾ ਨਹੀਂ ਬਣ ਸਕਦਾ। ਨਹੀਂ ਜੀ, ਹੈ ਤੇ ਗਾਨੀ ਜੀ ਗੱਲਾਂ ਠੀਕ ਨੇ, ਪਰ ਐਵੇਂ ਕਿਵੇਂ ਹੋਇਆ ਜਾ ਸਕਦਾ ਹੈ? ਇਹਦਾ ਮਤਲਬ ਅਸੀਂ ਹੋਣਾ ਹੀ ਨਹੀਂ ਚਾਹੁੰਦੇ। ਗੁਰਬਾਣੀ ਦੇ ਅੰਦਰ ਬੜੀ ਪਿਆਰੀ ਇੱਕ ਪੰਕਤੀ ਹੈ, ਵੈਸੇ ਹਰ ਲਫ਼ਜ਼ ਪਿਆਰਾ ਹੈ, ਲੇਕਿਨ ਮੈਂ ਬੇਨਤੀ ਕਰਾਂ ਵੀ ਇਸ ਤੋਂ ਵੱਡੀ ਮਤਲਬ ਜਿਹੜੀ ਹੈ ਨਾ ਮੋਟੀਵੇਸ਼ਨ ਸਾਨੂੰ ਮਿਲ ਨਹੀਂ ਸਕਦਾ। ਨਾ ਹੀ ਦੇਖ ਨਾ ਭਾਜੀਏ ਪਰਮ ਸਿਆਣਪ ਇਹ, ਨਾ ਹੀ ਦੇਖ ਨਾ ਭਾਜੀਏ ਪਰਮ ਸਿਆਣਪ ਇਹ। ਦੁਨੀਆ ਦੀ ਸਭ ਤੋਂ ਵੱਡੀ ਸਿਆਣੀ ਗੱਲ ਕਿਹੜੀ ਹੈ? ਦੁਨੀਆ ਦੀ ਸਭ ਤੋਂ ਵੱਡੀ ਸਿਆਣੀ ਗੱਲ ਇਹ ਹੈ ਕਿ ਮੈਂ ਕਰ ਸਕਦਾ ਹਾਂ। ਨਾ ਹੀ ਦੇਖ ਦਾ ਮਤਲਬ ਕਿ ਇਹ ਕੰਮ ਔਖਾ ਹੈ। ਨਾ ਭਾਜੀਏ, ਪਰ ਇਹਨੂੰ ਇੰਪੋਸੀਬਲ ਕਹਿ ਕੇ ਭੱਜੋ ਨਾ। ਦੁਨੀਆ ਦੀ ਇਹ ਸਭ ਤੋਂ ਵੱਡੀ ਸਿਆਣਪ ਹੈ, ਤੁਸੀਂ ਕਰ ਸਕਦੇ। ਇਸ ਲਈ ਸਾਲਾਹ ਮੰਡੇ ਦਾ ਮਤਲਬ ਸਿਫਤ ਸਲਾਹ, ਗੁਣਾਂ ਦੀ ਗੱਲ ਕਰੋ, ਖੁਰਾਕ ਬਣਾਓ ਗੁਣਾਂ ਦੀ। ਜਿਵੇਂ ਮੂਲੀਆਂ ਵਾਲੇ ਪਰੌਂਠਿਆਂ ਨੂੰ ਕਰਦੇ ਹੋ ਨਾ ਪਿਆਰ, ਗੋਭੀ ਵਾਲੇ ਪਰੌਂਠੇ, ਪਨੀਰ ਵਾਲੇ ਪਰੌਂਠੇ, ਪੀਜ਼ੇ, 버ਗਰ ਖਾਣ ਤੇ ਮਨ ਕਰਦਾ ਹੈ ਨਾ, ਜਲੇਬੀਆਂ ਮੂੰਹ 'ਚ ਪਾਣੀ ਆ ਗਿਆ ਨਾ, ਰਸਗੁੱਲੇ, ਗੁਲਾਬ ਜਾਮਨ, ਸਮੋਸੇ, ਪਕੌੜੇ ਖਾਣ ਤੇ ਜੀ ਕਰਦਾ ਹੈ ਨਾ। ਗੁਰੂ ਜੀ ਕਹਿੰਦੇ ਨੇ ਐਵੇਂ ਸਾਲਾਹ ਮੰਡੇ। ਸਾਲਾਹ ਦਾ ਮਤਲਬ ਸਕਾਰਾਤਮਕ ਸੋਚ, ਰੱਬੀ ਗੁਣ, ਇਹਨਾਂ ਨੂੰ ਆਪਣੀ ਖੁਰਾਕ ਬਣਾਓ। ਨੈਗੇਟਿਵ ਬੋਲ ਨਾ ਬੋਲੋ, ਨਾ ਦੁਨੀਆ ਦੇ ਵਿੱਚ ਵਰਤਾਓ। ਭਉ ਮਾਸ ਆਹਾਰ, ਤੇ ਜਿਵੇਂ ਮਾਸ ਖਾਂਦੇ ਹੋ ਨਾ, ਇੱਥੇ ਮਾਸ ਖਾਣਾ ਨਾ ਖਾਣਾ ਕਿਸੇ ਦੀ ਆਪਣੀ ਮਰਜ਼ੀ ਹੈ, ਪਰ ਇੱਥੇ ਗੱਲ ਭਉ ਦੀ ਹੈ। ਜਿਵੇਂ ਮਾਸ ਖਾਂਦੇ ਹੋ ਨਾ, ਭਉ ਨੂੰ ਆਪਣੀ ਜ਼ਿੰਦਗੀ ਦਾ ਆਹਾਰ ਬਣਾਓ। ਭਉ ਦਾ ਮਤਲਬ ਅਦਬ। ਅਦਬ ਸਿੱਖੋ, ਗੁਰੂ ਦੇ ਅਦਬ ਵਿੱਚ ਰਹੋ। ਜੇ ਸਿੱਖਾਂ ਨੇ ਗੁਰੂ ਦਾ ਅਦਬ ਸਿੱਖਿਆ ਹੁੰਦਾ, ਗੁਰੂ ਦੇ ਅਦਬ ਨੂੰ ਆਪਣੀ ਜ਼ਿੰਦਗੀ ਦੀ ਖੁਰਾਕ ਬਣਾਇਆ ਹੁੰਦਾ ਨਾ, ਤਾਂ ਦੁਹਾਈ ਖੁਦਾ ਦੀ ਪੰਜਾਬ ਦੇ ਧਰਤੀ ਦੇ ਉੱਤੇ ਇੱਕ ਵੀ ਦੇਹਧਾਰੀ ਗੁਰੂਆਂ ਦਾ ਡੇਰਾ ਪੈਦਾ ਨਹੀਂ ਸੀ ਹੋਣਾ ਜੇ ਸਿੱਖ ਗੁਰੂ ਦਾ ਅਦਬ ਕਰਦਾ। ਜਿਹੜਾ ਗੁਰੂ ਦਾ ਅਦਬ ਕਰੇਗਾ ਉਹਦਾ ਸਿਰ ਗੁਰੂ ਗ੍ਰੰਥ ਸਾਹਿਬ ਤੋਂ ਇਲਾਵਾ ਕਿਤੇ ਝੁਕੇਗਾ ਹੀ ਨਹੀਂ। ਯਾਰ ਕਿਵੇਂ ਤੁਰ ਜਾਏਗਾ ਬੰਦਾ ਕਿਸੇ ਬਾਬੇ ਨੂੰ ਮੱਥਾ ਟੇਕਣ ਲਈ ਜਿਹਦੇ ਮਨ ਦੇ ਅੰਦਰ ਗੁਰੂ ਦਾ ਅਦਬ ਔਰ ਸਤਿਕਾਰ ਹੋਏਗਾ? ਜੇ ਸਿੱਖ ਦੇ ਮਨ ਦੇ ਅੰਦਰ ਗੁਰੂ ਦਾ ਅਦਬ ਹੁੰਦਾ, ਕੋਈ ਸਿੱਖ ਕਿਸੇ ਕਬਰ ਪੀਰ ਦੇ ਉੱਤੇ ਦੀਵਾ ਨਾ ਜਗਾਉਂਦਾ। ਜੇ ਸ਼ਬਦ ਗੁਰੂ ਦਾ ਅਦਬ ਹੁੰਦਾ ਤਾਂ ਸਿੱਖਾਂ ਦੇ ਘਰਾਂ ਦੇ ਵਿੱਚ ਡੁਪਲੀਕੇਟ ਗੁਰੂਆਂ ਦੀਆਂ ਤਸਵੀਰਾਂ ਬਿਲਕੁਲ ਨਾ ਹੁੰਦੀਆਂ ਤੇ ਧੂਫਾਂ ਨਾ ਦਿਖਾਉਂਦੇ ਫਿਰਦੇ। ਜੇ ਗੁਰੂ ਦਾ ਅਦਬ ਹੁੰਦਾ, ਪੂਰੀ ਸਿੱਖ ਕੌਮ ਦੇ ਅੰਦਰ ਇੱਕ ਵੀ ਬੰਦਾ ਸ਼ਰਾਬ ਪੀਣ ਵਾਲਾ, ਨਸ਼ੇ ਕਰਨ ਵਾਲਾ ਨਹੀਂ ਸੀ ਚਾਹੀਦਾ। ਪਰ ਅਦਬ ਨਹੀਂ ਨਾ। ਜੇ ਅਦਬ ਹੁੰਦਾ ਮਾਂ-ਬਾਪ ਦਾ, ਤਾਂ ਕਦੇ ਆ ਬਿਰਧ ਆਸ਼ਰਮ ਬਣਾਉਣ ਦੀ ਯਾਰੋ ਲੋੜ ਨਾ ਪੈਂਦੀ। ਜੇ ਅਦਬ ਹੁੰਦਾ ਗੁਰੂ ਦਾ, ਤਾਂ ਸਾਡੇ ਧਰਮ ਦੇ ਅੰਦਰ ਤਲਾਕਾਂ ਵਾਲੇ ਪਾਸੇ ਲੋਕ ਨਾ ਵੱਧਦੇ। ਜੇ ਅਦਬ ਹੁੰਦਾ
ਗੁਰੂ ਦਾ, ਤਾਂ ਇਸ ਦੁਨੀਆ ਦੇ ਅੰਦਰ ਝੂਠ ਔਰ ਫਰੇਬ ਨਾ ਫੈਲਦੇ, ਕਿਉਂਕਿ ਸਾਨੂੰ ਅਦਬ ਕਰਨਾ ਆਉਂਦਾ ਨਾ। ਗੁਰੂ ਜੀ ਕਹਿੰਦੇ ਨੇ ਬੋਲੀਏ ਸੱਚ ਧਰਮ ਝੂਠ ਨਾ ਬੋਲੀਏ। ਤਾਂ ਭਉ ਮਾਸ ਆਹਾਰ ਆਪਣੀ ਜ਼ਿੰਦਗੀ ਅੰਦਰ ਅਦਬ ਪੈਦਾ ਕਰੋ, ਇਹਨੂੰ ਖੁਰਾਕ ਬਣਾਓ। ਨਾਨਕ ਇਹ ਭੋਜਨ ਸੱਚ ਹੈ, ਸੱਚ ਨਾਮ ਆਧਾਰ। ਗੁਰੂ ਜੀ ਕਹਿੰਦੇ ਨੇ ਇਹ ਸੱਚਾ ਭੋਜਨ ਹੈ। ਨਾਮ ਦਾ ਮਤਲਬ ਹੁਕਮ, ਸੱਚ ਦਾ ਮਤਲਬ ਸੱਚਾ। ਜੋ ਪ੍ਰਭੂ ਦਾ ਸੱਚਾ ਹੁਕਮ ਹੈ ਉਹਨੂੰ ਆਪਣੀ ਜ਼ਿੰਦਗੀ ਦਾ ਆਧਾਰ ਬਣਾਓ, ਉਹਨੂੰ ਆਪਣੇ ਜੀਵਨ ਦਾ ਬੇਸ ਬਣਾਓ। ਔਰ ਤੁਹਾਡਾ ਜੀਵਨ, ਤੁਹਾਡੇ ਜੀਵਨ ਦੀ ਸੋਚ ਉਹ ਰੱਬੀ ਹੁਕਮ ਦੇ ਉੱਤੇ ਉਸਰੀ ਹੋਣੀ ਚਾਹੀਦੀ ਹੈ। ਇਹ ਸੱਚਾ ਭੋਜਨ ਹੈ, ਇਸ ਨੂੰ ਆਪਣੀ ਜ਼ਿੰਦਗੀ ਦਾ ਆਧਾਰ ਬਣਾਓ। ਜੇ ਰੱਬੀ ਹੁਕਮ ਦੇ ਅੰਦਰ ਤੁਰੋਗੇ, ਰੱਬੀ ਗੁਣਾਂ ਦੇ ਧਾਰਨੀ ਹੋਵੋਗੇ, ਤਾਂ ਇਹ ਜੀਵਨ ਸਫਲ ਔਰ ਸੁੱਜਾ ਹੋ ਜਾਏਗਾ। ਹੁਣ ਅਗਲਾ ਬਚਨ ਕਰਦੇ ਨੇ, ਕਾਇਆ ਲਾਹਣ ਆਪ ਮਦ ਅੰਮ੍ਰਿਤ ਤਿਸ ਕੀ ਧਾਰ। ਸ਼ਬਦਾਵਲੀ ਉਹੀ ਸ਼ਰਾਬ ਵਾਲੀ ਵਰਤਦੇ ਨੇ। ਜੋਗੀ ਵਗੈਰਾ ਸ਼ਰਾਬ ਪੀਂਦੇ ਸਨ, ਹੋਰ ਲੋਕ ਸ਼ਰਾਬਾਂ ਆਦਿਕ ਨੂੰ ਵਰਤਦੇ ਨੇ। ਗੁਰੂ ਜੀ ਕਹਿੰਦੇ ਨੇ ਕਾਇਆ ਲਾਹਣ। ਲਾਹਣ ਦਾ ਮਤਲਬ ਇੱਥੇ ਹੈ ਮੱਟੀ। ਜੇ ਸਰੀਰ ਨੂੰ ਮੱਟੀ ਬਣਾਓ, ਜਿਵੇਂ ਮੱਟੀ ਦੇ ਵਿੱਚ ਪਾਉਂਦੇ ਹੋ ਨਾ ਲਾਹਣ ਵਗੈਰਾ, ਤਾਂ ਇਹ ਸਰੀਰ ਨੂੰ ਮੱਟੀ ਬਣਾਓ। ਆਪ ਮਦ, ਇੱਥੇ ਆਪ ਦਾ ਮਤਲਬ ਹੰਕਾਰ ਨਹੀਂ ਹੈ। ਇੱਥੇ ਆਪ ਦਾ ਮਤਲਬ ਹੈ ਆਪੇ ਦੀ ਪਹਿਚਾਨ। ਇਹਨੂੰ ਸ਼ਰਾਬ ਬਣਾਓ, ਆਪੇ ਦੀ ਪਹਿਚਾਨ। ਤੁਹਾਡਾ ਆਪਾ ਕੀ ਹੈ? ਮਨ ਤੂੰ ਜੋਤ ਸਰੂਪ ਹੈ, ਆਪਣਾ ਮੂਲ ਪਛਾਣ। ਤੁਸੀਂ ਰੱਬ ਦਾ ਰੂਪ ਹੋ, ਆਪੇ ਦੀ ਪਹਿਚਾਨ ਕਰੋ, ਸੈਲਫ ਐਨਾਲਿਸਿਸ ਕਰੋ ਕਿ ਤੁਸੀਂ ਖੜੇ ਕਿੱਥੇ ਹੋ, ਮਾਨਸਿਕ ਤੌਰ ਤੇ ਕਿੱਥੇ ਖੜੇ ਹੋ। ਬੰਦੇ ਦੀ ਸਭ ਤੋਂ ਵੱਡੀ ਵਿਡੰਬਨਾ ਔਰ ਦੁਖਾਂਤ ਇਹ ਹੈ ਕਿ ਬੰਦੇ ਨੂੰ ਇਹ ਨਹੀਂ ਪਤਾ ਮੈਂ ਮਾਨਸਿਕ ਤੌਰ ਤੇ ਖੜੇ ਕਿੱਥਾਂ ਹਾਂ, ਮੈਂ ਬੌਧਿਕ ਤੌਰ ਤੇ ਕਿੱਥੇ ਖੜਾ, ਜਿਹੜੀਆਂ ਮੈਂ ਗੱਲਾਂ ਕਰ ਰਿਹਾ ਕਿਹੜੇ ਯੁੱਗ ਦੀਆਂ ਕਰ ਰਿਹਾ, ਔਰ ਇਹ ਮਾਨਸਿਕਤਾ ਮੈਂਟੈਲਿਟੀ ਮੇਰੀ ਕੈਸੀ ਹੈ, ਮੇਰੀ ਸੋਚ ਕੈਸੀ ਹੈ, ਕਿੱਥੇ ਖੜਾ ਮੈਂ। ਬੰਦੇ ਦੀ ਇਹ ਪ੍ਰੋਬਲਮ ਹੈ, ਪਤਾ ਨਹੀਂ। ਦੂਜੇ ਦੀ ਪ੍ਰੋਬਲਮ ਇਹਨੂੰ ਇਹ ਨਹੀਂ ਪਤਾ ਵੀ ਮੈਂ ਜਾਣਾ ਕਿੱਥੇ ਹੈ, ਮੈਂ ਆਪਣੀ ਸੋਚ ਕੈਸੀ ਬਣਾਉਣੀ ਚਾਹੁੰਦਾ ਹਾਂ। ਇਸੇ ਲਈ ਤਾਂ ਗੁਰੂ ਜੀ ਬਾਰ-ਬਾਰ ਕਹਿੰਦੇ ਨੇ, ਬੰਦੇ ਖੋਜ ਦਿਲ ਹਰ ਰੋਜ਼, ਨਾ ਫਿਰ ਪਰੇਸ਼ਾਨੀ ਮਾਹੇ। ਪਰੇਸ਼ਾਨ ਹੁੰਦਾ ਨਾ ਫਿਰਦਾ ਰਹੋ, ਆਪਣੇ ਆਪੇ ਦੀ ਪਹਿਚਾਨ ਕਰ ਕਿ ਤੂੰ ਕਰਦਾ ਕੀ ਫਿਰਨਾ ਹੈ ਔਰ ਤੂੰ ਕੀ ਕਰ ਸਕਦਾ ਹੈ। ਯਾਰ ਈਰਸ਼ਾ, ਦਵੇਸ਼, ਵੈਰ ਵਿਰੋਧ ਦੇ ਅੰਦਰ ਐਵੇਂ ਹੀ ਜ਼ਿੰਦਗੀ ਬਰਬਾਦ ਕਰੀ ਜਾ ਰਹੇ ਹਾਂ। ਅਸੀਂ ਹੀ ਕਰ ਰਹੇ ਹਾਂ ਨਾ, ਜਾਤੀਵਾਦ, ਮੇਰ ਤੇਰ। ਤੇ ਅਸੀਂ ਕੀ ਕੁਝ ਕਰ ਸਕਦੇ ਹਾਂ? ਸਤ, ਸੰਤੋਖ, ਦਇਆ, ਧਰਮ, ਧੀਰਜ, ਗਿਆਨ, ਵਿਰਾਗ ਦੇ ਅਸੀਂ ਧਾਰਨੀ ਹੋ ਸਕਦੇ ਹਾਂ। ਸੋਚੋ ਆਪਣੇ ਬਾਰੇ। ਕਾਇਆ ਲਾਹਣ ਆਪ ਮਦ, ਸਰੀਰ ਨੂੰ ਮੱਟੀ ਬਣਾਓ, ਆਪਣੇ ਆਪੇ ਦੀ ਪਹਿਚਾਨ, ਇਹਨੂੰ ਸ਼ਰਾਬ ਬਣਾਓ। ਅੰਮ੍ਰਿਤ ਤਿਸ ਕੀ ਧਾਰ, ਤੇ ਫਿਰ ਧਾਰਾ ਕਿਹੜੀ ਚੂਹੇਗੀ? ਅੰਮ੍ਰਿਤ ਦੀ। ਸੁਧਾਰਸ, ਅੰਮ੍ਰਿਤ, ਅਮਰ ਕਰਨ ਵਾਲੀ। ਫਿਰ ਤੁਹਾਡੀ ਜ਼ਿੰਦਗੀ ਦੇ ਅੰਦਰ ਅਮਰਤਾ ਪੈਦਾ ਹੋਏਗੀ, ਅੰਮ੍ਰਿਤ ਪੈਦਾ ਹੋਏਗਾ। ਉੱਥੇ ਫਿਰ ਜੀਵਨ ਹੀ ਜੀਵਨ ਹੈ। ਜੀਵ ਨੂੰ ਮੈਂ ਜੀਵਨ ਪਾਇਆ, ਜਗ ਜੀਵਨ ਪਾਏ ਰਾਮ। ਫਿਰ ਉੱਥੇ ਆਤਮਕ ਮੌਤ ਨਹੀਂ ਹੋਏਗੀ। ਇਹ ਧਾਰਾ ਆਪਣੇ ਅੰਦਰ ਚੁਆਓ। ਸਤ ਸੰਗਤ ਸਿਉ ਮੇਲਾਪ ਹੋਏ, ਇਹ ਕਿੱਥੋਂ ਮਿਲੇਗੀ? ਲਿਵ ਕਟੋਰੀ ਅੰਮ੍ਰਿਤ ਭਰੀ, ਪੀ ਪੀ ਕੱਟੇ ਵਿਕਾਰ। ਸਤ ਸੰਗਤ ਦੇ ਨਾਲ ਮਿਲਾਪ ਹੋਏ। ਦੇਖੋ ਉੱਥੇ ਮਜਲਸ ਵਰਤਿਆ ਸੀ ਨਾ, ਮਹਿਫਿਲ ਸ਼ਬਦ ਵਾਸਤੇ ਮਜਲਸ ਵਰਤ ਰਹੇ ਸਨ, ਕਿਉਂਕਿ ਉੱਥੇ ਔਗਣ ਨੇ। ਕਿ ਜਿੱਥੇ ਗੁਣ ਨੇ ਉਹਨੂੰ ਮਹਿਫਿਲ ਨਹੀਂ ਕਹਿ ਰਹੇ, ਉਹਨੂੰ ਸਤ ਸੰਗਤ ਕਹਿ ਰਹੇ ਨੇ, ਕਿਉਂਕਿ ਸਤ ਦੀ ਸੰਗਤ ਹੈ। ਸਤ ਸੰਗਤ ਸਿਉ ਮੇਲਾਪ ਹੋਏ, ਮਜਲਸ ਦੇ ਵਿੱਚ ਜਾਣ ਦੀ ਬਜਾਏ ਜੇ ਤੂੰ ਸਤਸੰਗ ਦੇ ਵਿੱਚ ਜਾਵੇਂ। ਲਿਵ ਕਟੋਰੀ, ਲਿਵ ਦਾ ਮਤਲਬ ਲਗਨ, ਲਗਨ ਦੀ ਕੌਲੀ ਬਣਾ। ਕਟੋਰੀ ਲਗਨ ਦੀ, ਤੇਰੇ ਅੰਦਰ ਲਗਨ ਹੋਏ ਸੱਚ ਬੋਲਣ ਦੀ, ਤੇਰੇ ਅੰਦਰ ਲਗਨ ਹੋਏ ਗੁਰੂ ਦੇ ਦੱਸੇ ਰਾਹ ਤੇ ਤੁਰਨ ਦੀ, ਤੇਰੇ ਅੰਦਰ ਲਗਨ ਹੋਏ ਆਪਣੇ ਅੰਦਰ ਇਨਸਾਨੀਅਤ ਪੈਦਾ ਕਰਨ ਦੀ ਲਗਨ। ਇਹਨੂੰ ਕਟੋਰੀ ਬਣਾ। ਅੰਮ੍ਰਿਤ ਭਰੀ, ਤੇ ਉਹ ਜਿਹੜੀ ਲਗਨ ਹੈ ਨਾ, ਉਹ ਆਤਮਿਕ ਜੀਵਨ ਦੇਣ ਵਾਲੇ ਸ਼ੁਭ ਗੁਣਾਂ ਦੇ ਨਾਲ ਭਰੀ ਹੋਈ। ਈਰਖਾ ਦਵੇਸ਼ ਨਾ ਹੋਵੇ। ਲਗਨ ਤੇ ਲੋਕਾਂ ਨੂੰ ਝੂਠ ਬੋਲਣ ਦੀ ਬੜੀ ਹੈ, ਲਗਨ ਤੇ ਬਾਬਿਆਂ ਕੋਲ ਡੇਰਿਆਂ ਤੇ ਜਾਣ ਦੀ ਬੜੀ ਹੈ ਨਾ। ਲਗਨ ਐਸੀ ਨਹੀਂ, ਸੱਚ ਦੇ ਨਾਲ ਜੁੜਨ ਦੀ ਲਗਨ ਹੋਵੇ, ਔਰ ਉਹ ਲਗਨ ਦੀ ਜੋ ਕਟੋਰੀ ਹੈ ਆਤਮਿਕ ਜੀਵਨ ਦੇਣ ਵਾਲੇ ਸ਼ੁਭ ਗੁਣਾਂ ਦੀ ਭਰੀ ਹੋਈ ਹੋਵੇ, ਅੰਮ੍ਰਿਤ ਦੀ ਭਰੀ ਹੋਵੇ। ਪੀ ਪੀ ਕੱਟੇ ਵਿਕਾਰ, ਜਿਹੜੇ ਵੀ ਇਹਨਾਂ ਨੂੰ ਪੀਂਦੇ ਨੇ ਫਿਰ ਉਹਨਾਂ ਦੇ ਵਿਕਾਰ ਕੱਟੇ ਜਾਂਦੇ ਨੇ। ਉਹਨਾਂ ਦੇ ਅੰਦਰ ਨੈਗੇਟਿਵਿਟੀ ਨਹੀਂ।
ਉਹਨਾਂ ਦੇ ਅੰਦਰ ਈਰਖਾ, ਦਵੇਸ਼, ਵੈਰ, ਵਿਰੋਧ, ਮੇਰ ਤੇਰ ਦੇ ਵਿਤਕਰੇ ਨਹੀਂ। ਰਿਸ਼ਵਤਖੋਰੀ, ਚੋਰ ਬਜ਼ਾਰੀ, 2 ਨੰਬਰ ਦੇ ਧੰਦੇ ਉਹਨਾਂ ਦੇ ਅੰਦਰ ਨਹੀਂ। ਜਿਨ੍ਹਾਂ ਨੇ ਇਸ ਮਦ ਨੂੰ ਪੀਤਾ ਉਹਨਾਂ ਦੇ ਵਿਕਾਰ ਕੱਟੇ ਗਏ। ਪੌੜੀ, ਆਪੇ ਸੁਰ ਨਰ ਗਣ ਗੰਧਰਵਾ, ਆਪੇ ਖਟ ਦਰਸ਼ਨ ਕੀ ਬਾਣੀ। ਤੇ ਜਿਨ੍ਹਾਂ ਨੇ ਇਹ ਗੁਣਾਂ ਦੇ ਧਾਰਨੀ ਹੋ ਗਏ ਨਾ, ਉਹਨਾਂ ਨੂੰ ਸਮਝ ਆ ਗਈ ਕਿ ਪ੍ਰਭੂ ਸਰਬ ਵਿਆਪਕ ਹੈ। ਉਹ ਉਤਲੇ ਕਿਸੇ ਦੁਨੀਆ ਤੋਂ ਉਤਲੇ ਛੱਤ ਤੇ ਨਹੀਂ ਬੈਠਾ ਹੋਇਆ। ਉਹ ਕਿਤੇ ਸਵਰਗ ਵਿੱਚ, ਕਿਤੇ ਜੰਨਤ ਵਿੱਚ, ਕਿਤੇ ਬੈਕੁੰਠ ਧਾਮ ਵਿੱਚ, ਜਾਂ ਕਿਤੇ ਸੱਚਖੰਡ ਵਿੱਚ ਉਹ ਬੈਠਾ ਹੋਇਆ ਵੱਖਰਾ ਨਹੀਂ ਕਿ ਬੁੱਢਾ ਜਿਹਾ ਬਾਬਾ ਜਿਹੜਾ ਰੱਬ ਬਣ ਕੇ ਉੱਤੇ ਬੈਠਾ ਹੈ। ਉਹ ਉਵੇਂ ਦਾ ਨਹੀਂ ਹੈ। ਉਹਨੂੰ ਸਮਝ ਆ ਜਾਏਗੀ ਕਿ ਸਰਬ ਵਿਆਪਕ ਹੈ। ਆਪੇ ਸੁਰ ਨਰ ਗਣ ਗੰਧਰਵਾ, ਗੰਧਰਵਾ ਦਾ ਮਤਲਬ ਦੇਵਤਿਆਂ ਦੇ ਰਾਗੀ, ਖਟ ਦਰਸ਼ਨ ਦਾ ਮਤਲਬ 6 ਸ਼ਾਸਤਰ। ਉਸ ਬੰਦੇ ਨੂੰ ਸਮਝ ਆ ਜਾਂਦੀ ਹੈ ਕਿ ਪ੍ਰਭੂ ਆਪ ਹੀ ਦੇਵਤੇ, ਸ਼ਿਵ ਗਣ, ਦੇਵਤੇ, ਰਾਗੀ ਆਪ ਹੀ 6 ਦਰਸ਼ਨਾਂ ਦੀ ਬੋਲੀ ਬਣਾਉਣ ਵਾਲਾ ਹੈ। ਭਾਵ ਕਿ ਇਹ ਸਾਰੇ ਦੇ ਸਾਰੇ ਰੱਬੀ ਰਜਾ ਵਿੱਚ ਨੇ, ਰੱਬੀ ਰਜਾ ਤੋਂ ਬਾਹਰ ਨਹੀਂ ਹਨ। ਕੋਈ ਦੇਵੀ, ਕੋਈ ਦੇਵਤਾ, ਕੋਈ ਬੋਲੀ, ਕੋਈ ਦਰਸ਼ਨ ਰੱਬੀ ਹੁਕਮ ਤੋਂ ਬਾਹਰ ਨਹੀਂ ਹੈ। ਇਹ ਰੱਬੀ ਹੁਕਮ ਦੇ ਅੰਦਰ ਨੇ ਸਾਰੇ। ਆਪੇ शिव शंकर महेशा, आपे गुरमुख अकथ कहानी। आप ही शिव, शंकर और महेश का करता है और आप ही गुरु के सन्मुख होके अकथ स्वरूप दियां वडियाइयां करता है। यानी रब्बी रजा दे अंदर ही कोई गुरु दे चरनां विच जाके अकथ दियां कहानियां करता है, अकथ दे गुण गांदा है, अकथ दी रजा दे अंदर तुरदा है। ये सारा कुछ हुक्म दे अंदर है, सिस्टम दे अंदर है। आपे जोगी, आपे भोगी, आपे सन्यासी फिरे बिबाणी। ਜਿਹੜੇ ਜੋਗੀ ਨੇ ਜਾਂ ਭੋਗੀ ਨੇ ਜਾਂ ਸੰਨਿਆਸੀ ਨੇ ਜੰਗਲਾਂ ਵਿੱਚ ਫਿਰ ਰਹੇ ਨੇ, ਗੁਰੂ ਜੀ ਕਹਿੰਦੇ ਨੇ ਆਪ ਹੀ ਉਹਨਾਂ ਦੇ ਅੰਦਰ ਵੀ ਵਿਆਪਕ ਹੈ। ਜੋਗੀਆਂ ਅੰਦਰ ਵੀ, ਹਰ ਇੱਕ ਦੇ ਅੰਦਰ ਜਦੋਂ ਵਿਆਪਕ ਹੈ ਤੇ ਸਾਰਿਆਂ ਵਿੱਚ ਹੀ ਹੈ। ਆਪ ਹੀ ਉਹਨਾਂ ਦੇ ਅੰਦਰ ਵੀ ਹੈ ਜੋ ਜੋਗੀ ਭੋਗੀ ਆਦਿਕ ਨੇ। ਆਪੇ ਨਾਲ ਗੋਸ਼ਟ, ਆਪ ਉਪਦੇਸ਼ ਹੈ, ਆਪੇ ਸੁਘੜ ਸਰੂਪ ਸਿਆਣੀ। गोष्ठ का मतलब चर्चा, सुगढ़ का मतलब सुचज्जा। आपे नाल गोष्ठ, आप उपदेश है, आप ही अपने नाल चर्चा कर रहा है, आप ही उपदेश करता है, आप ही सियाणी मत वाला है और आप ही सुंदर स्वरूप वाला है। भाव जो चर्चा करने वाले ने उन्हां विच भी आप वसता है, उपदेश करने वाले विच भी वो है, सुंदर घाड़त वालियां दे अंदर भी वो है। यानी इस पौड़ी राही प्रभु की सर्व व्यापकता दर्शा रहे हैं। अपना चोज कर वेख है आपे, आपे सबना जियां का है जानी। इनू जिया नहीं पढ़ना, बिंदी ला के जिया पढ़ना है। अपना चोज, चोज का मतलब कौतक, तमाशा। अपना कौतक करके जगत रच के आप ही वेखदा है, आप ही पालदा है, आप ही सारे जीवां दे हिरदे दी जानन वाला है। साडे अंदर दी अवस्था नू वो आप जानन वाला है कि ये किस स्टेज ते है, कैसी ये सोच है। आप ही इस जगत नू पालन वाला है, आप पैदा करने वाला है, आप सर्व व्यापक है और सारे जीवां दी अंदरली हालात नू वो जानन वाला है। इस गल दी समझ पै जांदी है उदों जदों आ जिहड़े पिछले गुण असीं बयान कीते ने पावन बाणी राही, उन्हां दा बंदा धारनी हुंदा है और जिहड़े विकार ने उन्हां नू छड्डदा है। तां अज दे इस जगत अंदर जिथे आम लोग नशियां विच खचत ने और विकारां दे नशियां विच खचत ने, इस जगत दे अंदर जे कोई नशियां तो रहत है, इन्हां विकारां दे नशियां तो रहत होके गुणां दा धार नहीं है और ऐसी महान जिंदगी जी रहा है, तां उहनूं कहा जा सकता है कि ये बंदा मर्द है, ये मर्दाना है। गुरु पातशाह जी रहमत करन कि असीं गुरु जी दी पावन बाणी नूं आप पढ़ीए, गुरबाणी दी असीं आप विचार करिए और गुरबाणी मुताबक जिंदगी जी के अपने जीवन को सफल और सुजा करन दा यतन करिए। अज दी इस विचार विच जे किसी वीर भैन दा कोई सवाल है तो वह सवाल पूछ सकता है और जे किसी ने अपने व्यूज देने ने तो अपने व्यूज दे सकता है। मैं इत्थे समाप्ति करदा। हुण वीर त्रिलोचन सिंह जी अनम्यूट हो गए ने। अगली क्लास की कार्रवाई वीर जी त्रिलोचन सिंह जी करनगे। वाहिगुरू जी का खालसा, वाहिगुरू जी।